ਉਜਾਗਰ ਕਰਕੇ ਸਤਿਗੁਰੂ ਜੀ ਦਾ ਅੰਮ੍ਰਿਤ ਉਪਦੇਸ਼ ਸਰਵਣ ਕਰੀਏ। ਸਤਿਗੁਰੂ ਜੀ ਦੇ ਪਾਵਨ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਆਸਾ ਮਹੱਲਾ ਪਹਿਲਾ। ਗੁਰੂ ਪਿਆਰੀ ਸਾਧ ਸੰਗਤ ਜੀ, ਰਾਗ ਆਸਾ ਵਿੱਚ ਜਗਤ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਉਚਾਰਨ ਕੀਤੀ ਹੋਈ ਪਵਿੱਤਰ ਵਾਰ, ਜੋ ਰੋਜ਼ ਗੁਰੂ ਘਰ ਦੇ ਅੰਦਰ ਨਿਯਮ ਨਾਲ ਇਸ ਪਵਿੱਤਰ ਬਾਣੀ ਦਾ ਕੀਰਤਨ ਹੁੰਦਾ ਹੈ। ਲੜੀਵਾਰ ਚੱਲਦੀ ਹੋਈ ਕਥਾ ਵਿੱਚ ਛੰਤਾਂ ਦੀ ਸੰਪੂਰਨਤਾ ਹੋਣ ਤੋਂ ਇਹ ਵਾਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਲਿਖਵਾ ਰਹੇ ਹੈ। ਕੱਲ੍ਹ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਸਿਰਜਣਾ ਦਿਵਸ ਸੀਗਾ ਅਤੇ ਬਾਣੀ ਦੀ ਆਰੰਭਤਾ ਹੋਈ ਸੀ। ਸਮਾਂ ਆਪਣੀ ਚਾਲ ਨਾਲ ਚੱਲਦਾ ਹੋਇਆ ਸੰਪੂਰਨ ਹੋ ਗਿਆ ਸੀ। ਇਸ ਕਰਕੇ ਆਪਾਂ ਕੱਲ੍ਹ ਉਥਾਨਕਾ ਵੀ ਸੰਪੂਰਨ ਨਹੀਂ ਸਾਂ ਕਰ ਸਕੇ। ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਬਾਣੀ ਦੇ ਗਾਉਣ ਦਾ ਨਿਯਮ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਦਾ ਬਖਸ਼ਿਸ਼ ਕੀਤਾ ਹੈ। ਹਜ਼ੂਰ ਇਸ ਮਰਿਆਦਾ ਨੂੰ ਆਪ ਤੋਰਿਆ। ਸੱਚੇ ਪਾਤਸ਼ਾਹ ਜੀ ਆਪ ਤਖਤ 'ਤੇ ਆ ਕੇ ਸਜਿਆ ਕਰਦੇ ਤੇ ਆਸਾ ਦੀ ਵਾਰ ਦਾ ਮਹਾਰਾਜ ਕੀਰਤਨ ਸੁਣਿਆ ਕਰਦੇ। ਸੱਚੇ ਪਾਤਸ਼ਾਹ ਜੀ ਰਾਗ ਆਸਾ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਸ਼੍ਰੀ ਕੰਠ ਤੋਂ ਫਰਮਾਉਂਦੇ ਹਨ, ਵਾਰ ਸਲੋਕਾਂ ਨਾਲ। ਇਹ ਵਾਰ ਜੋ ਹੈ ਪੌੜੀਆਂ ਨੂੰ ਵਾਰ ਕਹਿੰਦੇ ਹੈ। ਜਿਨ੍ਹਾਂ ਸਤਿਗੁਰਾਂ ਜੀ ਦੀਆਂ ਪੌੜੀਆਂ ਹੋਣ, ਬਾਣੀ ਉਹ ਵਾਰ ਉਹਨਾਂ ਸਤਿਗੁਰਾਂ ਜੀ ਦੀ ਅਖਵਾਉਂਦੀ ਹੈ। ਤੋ ਇਸ ਸਲੋਕਾਂ ਦੇ ਨਾਲ ਸਤਿਗੁਰਾਂ ਜੀ ਨੇ ਵਾਰ ਜੋ ਹੈ ਰਚੀ ਹੈ। ਸ਼ਲੋਕ ਤੇ ਮਹੱਲੇ ਇਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਮਰਿਆਦਾ ਕਾਇਮ ਕੀਤੀ ਹੈ। ਪਹਿਲਾਂ ਗੁਰੂ ਘਰ ਵਿੱਚ ਪੌੜੀਆਂ ਦਾ ਹੀ ਕੀਰਤਨ ਹੁੰਦਾ ਸੀਗਾ। ਨਿਯਮ ਮੁਤਾਬਕ ਸਾਧ ਸੰਗਤ ਜੀ ਸੰਤ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੇ ਉਚਾਰਨ ਕਰਕੇ ਗਾਇਨ ਕਰਨ ਦੀ ਆਗਿਆ ਕੀਤੀ। ਸ਼ਲੋਕ ਤੇ ਮਹੱਲੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੇ। ਇਸ ਪਵਿੱਤਰ ਬਾਣੀ ਦਾ ਨਿਯਮ ਬੰਨਿਆ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਹਰੇਕ ਇਸ ਸੰਪੂਰਨ ਸ਼ਬਦ ਦੇ ਆਰੰਭ ਵਿੱਚ ਛੰਤ ਤੋਂ ਪਹਿਲਾਂ ਇੱਕ ਸ਼ਬਦ ਦਾ ਕੀਰਤਨ ਗਾਇਨ ਕਰਨ ਦੀ ਸੱਚੇ ਪਾਤਸ਼ਾਹ ਜੀ ਨੇ ਆਗਿਆ ਕੀਤੀ। ਤੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਇਹ ਮਰਿਆਦਾ ਬੰਨੀ ਹੋਈ ਨਿਰੰਤਰ ਇੱਕ ਰਸ ਗੁਰੂ ਘਰ ਵਿੱਚ ਇਸ ਅੰਮ੍ਰਿਤ ਬਾਣੀ ਦਾ ਕੀਰਤਨ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ, ਵਾਰ ਸਲੋਕਾਂ ਨਾਲ। ਇਹ ਵਾਰ ਸਲੋਕਾਂ ਦੇ ਸਮੇਤ ਸਤਿਗੁਰਾਂ ਜੀ ਨੇ ਲਿਖੀ ਹੈ, ਉਚਾਰਨ ਕੀਤੀ ਹੈ। ਸਲੋਕ ਭੀ ਮਹੱਲੇ ਪਹਿਲੇ ਕੇ ਲਿਖੇ। ਇਹਦੇ ਵਿੱਚ ਸਲੋਕ ਜਿਹੜੇ ਹੈ ਮਹਾਰਾਜ ਕਹਿੰਦੇ ਭੀ ਵੀ ਮਹੱਲੇ ਪਹਿਲੇ ਕੇ ਲਿਖੇ, ਭਾਵ ਗੁਰੂ ਨਾਨਕ ਸਾਹਿਬ ਜੀ ਦੇ ਲਿਖੇ ਹੋਏ। ਤੇ ਕੱਲ੍ਹ ਦਾਸ ਨੇ ਜ਼ਿਕਰ ਕੀਤਾ ਸੀ ਕਿ ਉਹ ਬਾਬੂ ਤੇਜਾ ਸਿੰਘ ਪੰਜਖੰਡੀਏ ਨੇ ਨਾਲ ਲਿਖਤਾ ਸੀ ਕਿ ਮਹੱਲੇ ਦੂਜੇ ਕੇ। ਇਹ ਆਪਣੇ ਕੋਲੋਂ ਹੀ ਲਿਖ ਦਿੱਤਾ ਹੈ ਜੀ। ਮਹਾਰਾਜ ਨੂੰ ਭੁਲੇਖਾ ਪੈ ਗਿਆ ਤੇ ਵਿੱਚ ਮਹੱਲੇ ਦੂਜਾ ਤਾਂ ਆਉਂਦਾ ਹੈ, ਇਸ ਕਰਕੇ ਲਿਖਣਾ ਚਾਹੀਦਾ ਹੈ। ਤੋ ਕੱਲ੍ਹ ਵਿਸਥਾਰ ਨਾਲ ਆਪਾਂ ਸਮਝਿਆ ਸੀਗਾ ਕਿ ਕਿਵੇਂ ਉਹਨਾਂ ਨੇ ਕੋਝਾ ਯਤਨ ਕੀਤਾ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ
ਹੋਰ ਕਵਿਤਾਵਾਂ ਦਾ ਜਿਹੜਾ ਸੀ ਰਲ ਗੱਡ ਕਰਨ ਵਾਸਤੇ ਇਸ ਦੇ ਹਵਾਲੇ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦਿੱਤੇ ਹੈ। ਉਸ ਸਮੇਂ ਦੇ ਨਾਮੀ ਵਿਦਵਾਨ ਜਿਨ੍ਹਾਂ ਨੇ ਬੜੀਆਂ ਸੁੰਦਰ ਪੁਸਤਕਾਂ ਰਚੀਆਂ। ਪਰ ਸਾਧ ਸੰਗਤ ਜੀ, ਕੇਵਲ ਗਿਆਨ ਮਨੁੱਖ ਨੂੰ, ਕਿਤਾਬੀ ਗਿਆਨ ਸਾਧ ਸੰਗਤ ਜੀ ਉਸ ਅਨੁਭਵ ਤੱਕ ਨਹੀਂ ਲਿਜਾਂਦਾ। ਕਿਤਾਬੀ ਗਿਆਨ ਤਾਂ ਪੜ੍ਹ ਕੇ ਬਹੁਤ ਵਿਦਵਾਨ ਹੋ ਕੇ ਬੜੀਆਂ ਪੁਸਤਕਾਂ ਲਿਖ ਦਿੱਤੀਆਂ ਬੜੇ ਖੋਜ ਨਾਲ, ਪਰ ਸਾਧ ਸੰਗਤ ਜੀ ਗੌਰਮੈਂਟ ਤੋਂ ਜਦੋਂ ਲਾਲਚ ਦਿੰਦੀ ਹੈ, ਗੌਰਮੈਂਟ ਲਾਲਚ ਦੇ ਨਾਲ ਕਈ ਵਿਕ ਜਾਂਦੇ ਹੈ। ਜਿਹੜੇ ਲਾਲਚ ਨਾਲ ਨਹੀਂ ਵਿਕਦੇ ਫਿਰ ਗੌਰਮੈਂਟ ਹਕੂਮਤ ਉਹਨਾਂ ਨੂੰ ਡਰਾ ਲੈਂਦੀ ਹੈ। ਅੰਗਰੇਜ਼ ਨੇ ਬੜਾ ਯਤਨ ਕੀਤਾ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਮਿਲਾਵਟ ਕਰਨ ਵਾਸਤੇ, ਅਤੇ ਉਸ ਸਮੇਂ ਦੇ ਨਾਮੀ ਵਿਦਵਾਨਾਂ ਨੂੰ ਖਰੀਦਿਆ ਸੀ। ਮਹਾਂਪੁਰਖਾਂ ਨੇ ਇਹ ਸ਼ਬਦ ਕਹੇ ਕਿ ਭਾਈ ਸਿੱਖੀ ਭੇਖ ਦੇ ਅੰਦਰ ਸਿੱਖ ਵਿਰੋਧੀ ਤਾਕਤਾਂ ਤੋਂ, ਗੌਰਮੈਂਟਾਂ ਤੋਂ ਪੈਸੇ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਛਾਣਬੀਣ ਕਰਨੀ ਅਤੇ ਸਤਿਗੁਰੂ ਜੀ ਦੀ ਬਾਣੀ ਵਿੱਚ ਰਲ ਗੱਡ ਕਰਨੀ, ਇਹ ਜਿਹਿਆਂ ਨੂੰ ਤਾਂ ਆਪੇ ਨਿਰੰਕਾਰ ਹੀ ਫਿਰ ਸਾਂਭੇਗਾ। ਇਹ ਸਿੱਖੀ ਭੇਖ ਵਿੱਚ ਉਹਨਾਂ ਨੇ ਇਹੋ ਜਿਹੀਆਂ ਹਰਕਤਾਂ ਕੀਤੀਆਂ, ਪਰ ਸਤਿਗੁਰਾਂ ਜੀ ਨੇ ਐਸੀ ਮਿਹਰ ਕੀਤੀ, ਹਜ਼ੂਰ ਨੇ ਆਪਣੀ ਬਾਣੀ ਨੂੰ ਆਪ ਹੀ ਅਖੰਡ ਰੱਖਿਆ ਸੱਚੇ ਪਾਤਸ਼ਾਹ ਜੀ ਨੇ। ਤੋ ਇਹ ਮਹੱਲੇ ਦੂਜੇ ਕੇ ਜੇ ਆਉਂਦੇ ਆ ਤਾਂ ਉਹ ਵੀ ਗੁਰੂ ਨਾਨਕ ਸਾਹਿਬ ਹੀ ਹਨ ਨਾ। 10 ਪਾਤਸ਼ਾਹੀਆਂ ਗੁਰੂ ਨਾਨਕ ਸਾਹਿਬ ਹੀ ਨੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਹੀ ਹਨ। ਇਸ ਕਰਕੇ ਸਿੱਖ ਨੂੰ ਸ਼ੰਕਾ ਨਹੀਂ ਚਾਹੀਦਾ। ਟੁੰਡੇ ਅਸਰਾ ਜਾਇ ਕੀ ਧੁਨੀ। ਸਾਧ ਸੰਗਤ ਜੀ, ਇਹ ਜਿਹੜੀ ਧੁਨ ਹੈ ਆਸਾ ਦੀ ਵਾਰ ਦੀ, ਇਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ 9 ਵਾਰਾਂ ਦੀਆਂ ਧੁਨਾਂ ਹਜ਼ੂਰ ਨੇ ਚੜ੍ਹਾਈਆਂ ਨੇ, ਜਿਨ੍ਹਾਂ ਵਿੱਚੋਂ ਇਹ ਇੱਕ ਆਸਾ ਦੀ ਵਾਰ ਦੀ ਧੁਨ ਮਹਾਰਾਜ ਜੀ ਨੇ ਜੋ ਟੁੰਡਾ ਅਸਰਾਜ ਹੋਇਆ ਹੈ, ਉਸ ਦੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਧੁਨ ਦੇ ਉੱਤੇ ਗਾਇਨ ਕਰਨ ਦੀ ਮਹਾਰਾਜ ਆਗਿਆ ਕੀਤੀ ਹੈ। ਤੋ ਕੱਲ੍ਹ ਆਪਾਂ ਜੋ ਟੁੰਡਾ ਅਸਰਾਜ ਹੋਇਆ ਹੈ ਇਸ ਦੀ ਬਾਬਤ ਸਰਵਣ ਕੀਤਾ ਸੀਗਾ, ਤਾਂ ਇੱਛਾ ਤਾਂ ਸੀਗੀ ਕਿ ਉਹ ਥਾਨਕਾ ਸੰਪੂਰਨ ਹੋ ਜਾਂਦੀ, ਪਰ ਸਮਾਂ ਆਗਿਆ ਹੀ ਨਹੀਂ ਸੀ ਦਿੰਦਾ। ਇਸ ਕਰਕੇ ਸਮੇਂ ਵਿੱਚ ਰਹਿਣਾ ਪੈਂਦਾ, ਕਿਉਂਕਿ ਤਖ਼ਤ ਸਾਹਿਬ ਜੀ ਦੇ ਉੱਪਰ ਹੋਰ ਸਾਰੀਆਂ ਮਰਿਆਦਾਵਾਂ ਪੂਰੀਆਂ ਹੋਣੀਆਂ ਹੁੰਦੀਆਂ ਹਨ। ਤੋ ਇਸ ਕਰਕੇ ਕੱਲ੍ਹ ਆਪਾਂ ਸੰਪੂਰਨ ਨਹੀਂ ਸਾਂ ਕਰ ਸਕੇ। ਇੱਥੋਂ ਤੱਕ ਇਹ ਉਥਾਨਕਾ ਆਪਾਂ ਸਰਵਣ ਕੀਤੀ ਸੀ ਕਿ ਜਿਸ ਵਕਤ ਅਸਰਾਜ ਗੁਆਂਢੀ ਰਾਜ ਵਿੱਚ ਜਦੋਂ ਉਹਨੂੰ ਰਾਜ ਭਾਗ ਪ੍ਰਾਪਤ ਹੋ ਗਿਆ ਸੀ, ਤਾਂ ਉਸਨੇ ਬਹੁਤ ਧਰਮ ਦਾ ਰਾਜ ਸਥਾਪਿਤ ਕੀਤਾ ਸੀ, ਕਿਉਂਕਿ ਉਹਨੂੰ ਤਾਂ ਬਚਪਨ ਤੋਂ ਹੀ ਸਿੱਖਿਆ ਸੀਗੀ। ਬੜਾ ਸ਼ਸਤਰਾਂ ਦਾ ਧਨੀ ਸੀ, ਵਿਦਵਾਨ ਉੱਚ ਕੋਟੀ ਦਾ ਸੀਗਾ। ਫਿਰ 12 ਸਾਲ ਉਸ ਬੰਦਗੀ ਕੀਤੀ ਸੀ। ਧਰਮ ਦੇ ਵਿੱਚ ਉਸ ਦਾ ਦ੍ਰਿੜ ਵਿਸ਼ਵਾਸ ਸੀ, ਜਿਸ ਧਰਮ ਕਰਕੇ ਹੀ ਉਸਨੇ ਆਪਣੇ ਜਨਮ ਨੂੰ ਵੀ ਕੁਰਬਾਨ ਕਰਨ ਦਾ ਨਿਰਣਾ ਕਰ ਲਿਆ ਸੀਗਾ। ਅਤੇ ਜਿਹੜਾ ਆਪਣਾ ਜਨਮ ਹੀ ਲੇਖੇ ਲਾ ਦਿੰਦਾ ਨਾ, ਵਾਹਿਗੁਰੂ ਉਹਨਾਂ ਲਈ ਫਿਰ ਕੁਝ ਵੀ ਕਰਿਸ਼ਮਾ ਕਰਨ ਨੂੰ ਸਾਧ ਸੰਗਤ ਜੀ ਤਿਆਰ ਹੁੰਦਾ ਹੈ। ਵਾਹਿਗੁਰੂ ਦੀ ਕਿਰਪਾ ਨਾਲ ਉਸ ਦੇ ਟੁੰਡ ਸਾਬਤ ਹੋਣੇ। ਅਸਰਾਜ ਨੇ ਫਿਰ ਜਿੱਧਰ ਨੂੰ ਮੁੱਖ ਕੀਤਾ, ਵੱਡੇ ਵੱਡੇ ਰਾਜ ਉਸਨੇ ਆਪਣੀ ਰਿਆਸਤ ਦੇ ਵਿੱਚ ਸ਼ਾਮਲ ਕਰ ਲਏ। ਇੱਕ ਸਮੇਂ ਫਿਰ ਕਾਲ ਪੈ ਗਿਆ, ਇੰਨਾ ਕਾਲ ਪਿਆ ਕਿ ਦੂਰ ਦੂਰ ਰਾਜਾਂ ਤੱਕ ਅੰਨ ਜਿਹੜਾ ਸੀ ਪ੍ਰਾਪਤ ਨਹੀਂ ਸੀ ਹੁੰਦਾ, ਅਤੇ ਅਸਰਾਜ ਦੇ ਰਾਜ ਵਿੱਚ ਨਦੀਆਂ ਬੜੀਆਂ ਚੱਲਦੀਆਂ ਸੀ। ਇਸ ਕਰਕੇ ਇਹਦੇ ਰਾਜ ਵਿੱਚ ਕਾਲ ਦਾ ਅਸਰ ਨਹੀਂ ਓਨਾ ਹੋਇਆ। ਜਿਹੜਾ ਇਹਦਾ ਸਾਰੰਗ ਪਿਤਾ ਸੀ ਨਾ, ਉਹਦੇ ਫਿਰ ਜਿਹੜੇ ਮੰਤਰੀ ਸੀਗੇ ਉਹ ਖੋਜ ਕਰਦੇ ਹੋਏ ਅਨਾਜ ਦੀ ਭਾਲ ਵਿੱਚ ਨਾ ਅਸਰਾਜ ਦੇ ਦੇਸ਼ ਵਿੱਚ ਆਏ। ਇਹਦਾ ਭਰਿਆ ਹੋਇਆ ਦਰਬਾਰ, ਬੈਠਾ ਹੋਇਆ ਅਸਰਾਜ ਤਖਤ ਦੇ ਉੱਤੇ, ਅਤੇ ਇਹਦੇ ਪਿਤਾ ਦੇ ਵੱਡਾ ਜਿਹੜਾ ਮੰਤਰੀ ਸੀ ਉਹਨ ਆ ਕਰਕੇ ਨਾ ਸਾਹਮਣੇ ਆ ਕਰਕੇ ਜਦੋਂ ਨਮਸਕਾਰ ਕੀਤੀ, ਅਸਰਾਜ ਨੇ ਪਹਿਚਾਣ ਲਿਆ ਕਿ ਤੇ ਮੇਰੇ ਪਿਤਾ ਦਾ ਮੰਤਰੀ ਹੈ। ਉਸਨੇ ਪੁੱਛਿਆ ਕੀ ਗੱਲ ਹੈ। ਉਸ ਦੱਸਿਆ ਕਿ ਸਾਡੇ ਰਾਜ ਵਿੱਚ ਕਾਲ ਪੈ ਗਿਆ।
ਜਨਤਾ ਜਿਹੜੀ ਹੈ, ਪ੍ਰਜਾ ਬਹੁਤ ਵਿਆਕੁਲ ਹੈ, ਸਾਨੂੰ ਅਨਾਜ ਦੀ ਮਦਦ ਦਿੱਤੀ ਜਾਵੇ। ਅਸਰਾਜ ਦਾ ਧਰਮੀ ਸੁਭਾਅ ਸੀ। ਅਸਰਾਜ ਨੇ ਵਿੱਤੋਂ ਵੱਧ ਜਿਹੜਾ ਸੀ ਅਨਾਜ ਜਿਹੜਾ ਸੀ ਉਹ ਵਜ਼ੀਰ ਨੂੰ ਦੇ ਕਰਕੇ ਤੋਰਿਆ। ਹੋਰ ਵੀ ਬਹੁਤ ਸਾਰੀ ਮਦਦ ਦਿੱਤੀ। ਜਦੋਂ ਰਾਜੇ ਸਾਰੰਗ ਨੂੰ ਪਤਾ ਲੱਗਿਆ ਕਿ ਰਾਜਾ ਬੜਾ ਧਰਮੀ ਹੈ, ਉਹਨੇ ਤਾਂ ਅਨਾਜ ਦਿੱਤਾ ਹੈ, ਹੋਰ ਬਹੁਤ ਵਿੱਤੀ ਮਦਦ ਦਿੱਤੀ ਹੈ, ਸਾਰੰਗ ਨੇ ਸੋਚਿਆ ਕਿ ਮੈਂ ਉਸ ਰਾਜੇ ਨੂੰ ਮਿਲਣਾ ਹੈ ਜਾ ਕਰਕੇ। ਸਾਰੰਗ ਨੇ ਤਿਆਰਾ ਕਰ ਲਿਆ, ਬਿਰਧ ਹੋ ਚੁੱਕਾ ਸੀਗਾ। ਜਦੋਂ ਅਸਰਾਜ ਨੂੰ ਪਤਾ ਲੱਗਾ ਕਿ ਮੇਰਾ ਪਿਤਾ ਮੈਨੂੰ ਮਿਲਣ ਆ ਰਿਹਾ ਹੈ, ਸਾਰੰਗ ਨੂੰ ਨਹੀਂ ਪਤਾ ਕਿ ਮੈਂ ਕਿਹਦੇ ਕੋਲ ਜਾ ਰਿਹਾ ਹਾਂ, ਤਾਂ ਸੋਚ ਰਿਹਾ ਕੋਈ ਧਰਮੀ ਰਾਜਾ ਜਿਨ ਮੇਰੀ ਮਦਦ ਬਹੁਤ ਕੀਤੀ ਹੈ, ਮੈਂ ਉਹਦੇ ਕੋਲ ਜਾ ਰਿਹਾ ਹਾਂ। ਜਦੋਂ ਸਾਰੰਗ ਨੂੰ ਪਤਾ ਲੱਗਾ ਤੇ ਵਾਹਿਗੁਰੂ ਅਸਰਾਜ ਨੂੰ ਪਤਾ ਲੱਗਾ, ਤੇ ਅਸਰਾਜ ਨੇ ਬਹੁਤ ਦੂਰ ਦੂਰ ਤੱਕ ਗਲੀਚੇ ਵਿਛਾ ਦਿੱਤੇ ਆਪਣੇ ਪਿਤਾ ਦਾ ਸਤਿਕਾਰ ਕਰਨ ਲਈ। ਵੇਖੋ ਸਾਧ ਸੰਗਤ ਜੀ, ਇਹ ਉਹ ਸਾਰੰਗ ਪਿਤਾ ਜਿਸ ਨੇ ਅਸਰਾਜ ਦਾ ਹੱਥ ਵੱਢਣ ਦਾ ਹੁਕਮ ਦਿੱਤਾ ਸੀਗਾ। ਮਹਾਰਾਜ ਨੇ ਅਸਰਾਜੇ ਨੂੰ ਧਰਮੀ ਜਾਣ ਕੇ ਵਾਰ ਪਸੰਦ ਕੀਤੀ ਸੱਚੇ ਪਾਤਸ਼ਾਹ ਨੇ। ਪਿਤਾ ਕਤਲ ਕਰਵਾਵੇ, ਹੱਥ ਕਟਵਾਵੇ, ਤਾਂ ਵੀ ਅਸਰਾਜ ਕਹਿੰਦਾ ਹੈ ਮੇਰਾ ਪਿਤਾ ਆ ਰਿਹਾ ਹੈ, ਇੰਨਾ ਸਤਿਕਾਰ ਹੋ ਰਿਹਾ ਹੈ, ਅਤਰ ਫਲੇਲ ਛਿੜਕੇ ਜਾ ਰਹੇ ਹੈ। ਆਪ ਅਸਰਾਜ ਜਦੋਂ ਅੱਗੋਂ ਆਂਡੀ ਸਤਿਕਾਰ ਕਰਦਾ ਹੋਇਆ ਉੱਥੇ ਪਹੁੰਚਿਆ ਹੈ। ਰਾਜੇ ਸਾਰੰਗ ਨੇ ਜਦੋਂ ਵੇਖਿਆ ਸਾਹਮਣੇ ਖਲੋਤਾ ਹੋਇਆ ਰਾਜੇ ਦੀ ਪਦਵੀ ਤੇ ਜਿਹਦੇ ਸ਼ੀਸ਼ ਤੇ ਛਤਰ ਝੂਲ ਰਿਹਾ ਕੋਈ ਹੋਰ ਨਹੀਂ, ਉਹ ਤਾਂ ਮੇਰਾ ਪੁੱਤਰ ਅਸਰਾਜ ਹੈ। ਐਡਾ ਪ੍ਰਤਾਪ ਵੇਖ ਕਰਕੇ ਰਾਜਾ ਸਾਰੰਗ ਜਦੋਂ ਅੱਗੇ ਹੋ ਕੇ ਪੈਰੀਂ ਪੈਣ ਲੱਗਾ, ਅਸਰਾਜ ਨੇ ਹੱਥ ਫੜ ਲਏ, ਪਿਤਾ ਜੀ ਚਰਨੀ ਤਾਂ ਮੈਂ ਲੱਗਣਾ ਹੈ ਤੁਹਾਡੇ। ਅਸਰਾਜ ਨੇ ਬੜੀ ਸ਼ਰਧਾ ਨਾਲ ਆਪਣੇ ਪਿਤਾ ਦੇ ਚਰਨ ਪਰਸੇ, ਬੜਾ ਸਤਿਕਾਰ ਦਿੱਤਾ। ਸਤਿਕਾਰ ਵਾਲੇ ਥਾਂ ਤੇ ਬਿਠਾ ਕਰਕੇ ਬੜੀ ਸੇਵਾ ਕੀਤੀ। ਫਿਰ ਪੁੱਛਿਆ ਸਾਰੰਗ ਨੇ ਕਿ ਕੀ ਹੋਇਆ ਤੇਰੇ ਨਾਲ, ਮੈਨੂੰ ਬਾਅਦ ਦੀ ਕੋਈ ਵਿਥਿਆ ਨਹੀਂ ਪਤਾ, ਮੈਨੂੰ ਤਾਂ ਵਜ਼ੀਰਾਂ ਨੇ ਤੇਰਾ ਹੱਥ ਕੱਟਿਆ ਵਿਖਾਲ ਦਿੱਤਾ ਸੀ। ਆਖਿਆ ਪਿਤਾ ਜੀ ਤੁਸਾਂ ਤਾਂ ਇੱਕ ਹੱਥ ਕੱਟਣ ਦਾ ਆਦੇਸ਼ ਦਿੱਤਾ ਸੀ, ਪਰ ਮੇਰੇ ਭਰਾਵਾਂ ਨੇ ਮੇਰੇ ਦੋਵੇਂ ਹੱਥ ਕੱਟ ਦਿੱਤੇ ਸੀ, ਤੇ ਫਿਰ ਮੈਨੂੰ ਛੱਡਿਆ ਨਹੀਂ ਸੀ। ਤੁਸਾਂ ਦੇਸ਼ ਨਿਕਾਲੇ ਦਾ ਆਦੇਸ਼ ਦਿੱਤਾ ਸੀ, ਉਹਨਾਂ ਮੈਨੂੰ ਖੂਹ ਵਿੱਚ ਸਿੱਟ ਦਿੱਤਾ ਸੀ ਮਾਰਨ ਵਾਸਤੇ। ਤੇ ਫਿਰ ਅਸਰਾਜ ਨੇ ਸਾਰੀ ਵਿਥਿਆ ਸੁਣਾ ਦਿੱਤੀ ਕਿ ਕਿਵੇਂ ਕਿਵੇਂ ਮੈਨੂੰ ਇਹ ਰਾਜ ਭਾਗ ਮਿਲਿਆ ਤੇ ਕਿਵੇਂ ਨਿਰੰਕਾਰ ਦੀ ਕਿਰਪਾ ਨਾਲ ਇਹ ਟੁੰਡ ਹਰੇ ਹੋ ਗਏ, ਕਿਵੇਂ ਏਡਾ ਵੱਡਾ ਪ੍ਰਤਾਪ ਹੋਇਆ। ਰਾਜੇ ਸਾਰੰਗ ਨੂੰ ਸ਼ਰਮ ਆਈ ਤੇ ਸਮੇਂ ਆਪਣੀ ਕੀਤੀ ਕਰਨੀ ਦੇ ਉੱਤੇ ਕਿ ਮੈਂ ਰਾਣੀ ਦੇ ਆਖੇ ਲੱਗ ਕੇ ਏਡੇ ਧਰਮੀ ਪੁੱਤ ਦੇ ਉੱਤੇ ਜ਼ੁਲਮ ਕੀਤਾ। ਰਾਜੇ ਸਾਰੰਗ ਨੇ ਉਸੇ ਸਮੇਂ ਜਿਹੜੇ ਨਾਲ ਵਜ਼ੀਰ ਸੀ ਨਾ, ਆਪਣੇ ਰਾਜ ਭਾਗ ਦਾ ਟਿੱਕਾ ਜਿਹੜਾ ਸੀ ਨਾ ਅਸਰਾਜ ਨੂੰ ਚੁਣ ਕੇ ਆਪਣਾ ਰਾਜ ਵੀ ਬਖਸ਼ਿਸ਼ ਕਰ ਦਿੱਤਾ। ਕਿਹਾ ਕਿ ਮੈਂ ਅੱਜ ਤੋਂ ਬੰਦਗੀ ਕਰਕੇ ਆਪਣਾ ਸਮਾਂ, ਆਪਣੀ ਜ਼ਿੰਦਗੀ ਨੂੰ ਸਫਲਿਆਂ ਕਰਨਾ ਹੈ। ਅਸਰਾਜ ਮੇਰਾ ਰਾਜ ਭਾਗ ਵੀ ਹੁਣ ਤੂੰ ਹੀ ਸੰਭਾਲਣਾ ਹੈ। ਜਦੋਂ ਇੱਧਰ ਰਾਜਧਾਨੀ ਦੇ ਅੰਦਰ ਖਾਨ ਸੁਲਤਾਨ ਨੂੰ ਪਤਾ ਲੱਗਾ ਕਿ ਰਾਜ ਭਾਗ ਤਾਂ ਪਿਤਾ ਸਾਰੰਗ ਨੇ ਅਸਰਾਜ ਨੂੰ ਦੇ ਦਿੱਤਾ ਹੈ, ਉਹਨਾਂ ਫਿਰ ਯੁੱਧ ਦੀ ਤਿਆਰੀ ਕਰ ਲਈ। ਅਸਰਾਜ ਤਾਂ ਨਹੀਂ ਸੀ ਯੁੱਧ ਕਰਨਾ ਚਾਹੁੰਦਾ, ਸ਼ਾਇਦ ਉਹ ਰਾਜ ਆਪਣੇ ਭਰਾਵਾਂ ਨੂੰ ਹੀ ਦੇ ਦਿੰਦਾ, ਪਰ ਖਾਨ ਸੁਲਤਾਨ ਨੇ ਹੱਥ ਵੱਢੇ ਸੀ ਨਾ, ਇਹਦੇ ਭਰਾ ਸੀਗੇ, ਤੇ ਇਹਨਾਂ ਨੇ ਫਿਰ ਯੁੱਧ ਦੀ ਜਦੋਂ ਤਿਆਰੀ ਕੀਤੀ। ਫਿਰ ਸਾਧ ਸੰਗਤ ਜੀ, ਜਿੱਥੇ ਅਸਰਾਜ ਇੰਨਾ ਜ਼ਿਆਦਾ ਨਰਮ ਸੀ ਅੰਦਰੋਂ, ਇੰਨਾ ਜ਼ਿਆਦਾ ਉਹਦਾ ਦਿਲ ਕੋਮਲ ਸੀਗਾ। ਰੱਬ ਦੇ ਭਗਤ ਜਿੰਨੇ ਕੋਮਲ ਹੁੰਦੇ ਆ ਨਾ, ਜ਼ੁਲਮ ਨੂੰ ਨਾਸ਼ ਕਰਨ ਲਈ ਉਨੇ ਹੀ ਭਿਆਨਕ ਹੋ ਜਾਂਦੇ ਆ। ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਵੀ ਆਪਣੇ ਖਾਲਸੇ ਨੂੰ ਐਸੀ ਸਿੱਖਿਆ ਦਿੱਤੀ ਹੈ ਕਿ ਜਿਹੜਾ ਕੋਈ ਗਊ ਗਰੀਬ ਹੈ ਉਹਦੇ ਲਈ ਮੇਰੇ ਖਾਲਸੇ ਦਾ ਦਿਲ ਬਹੁਤ ਕੋਮਲ ਹੋਵੇ, ਤੇ ਜਰਵਾਣੇ ਦੇ ਲਈ ਸ਼ੇਰ ਦੀ ਤਰ੍ਹਾਂ ਹੋਵੇ ਮੇਰਾ ਖਾਲਸਾ। ਵੇਖ ਕੇ ਜ਼ਾਲਮ ਦਾ ਦਿਲ ਦਹਿਲ ਜਾਵੇ ਕਿ ਮੈਂ ਕਿਵੇਂ ਸਾਹਮਣੇ ਖਲੋ ਸਕਾਂਗਾ। ਇਹੋ ਜਿਹੇ ਖਾਲਸੇ ਸੀ ਬਾਬਾ ਦੀਪ ਸਿੰਘ ਸਾਹਿਬ ਜੀ ਵਰਗੇ, ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਵਰਗੇ, ਜਿਨ੍ਹਾਂ ਦੇ ਨੇਤਰਾਂ 'ਚ ਨੇਤਰ ਨਹੀਂ ਸੀ ਜ਼ਾਲਮ ਪਾ ਸਕਦਾ, ਏਡਾ ਪ੍ਰਤਾਪ ਸੀ ਉਹਨਾਂ ਦੇ ਮੁੱਖ ਮੰਡਲ ਦੇ ਉੱਪਰ। ਰਾਸੇ ਅਸਰਾਜ ਨੂੰ ਫਿਰ
ਛਤਰੀ ਸੀਗਾ ਨਾ, ਤੇ ਫਿਰ ਜਦੋਂ ਯੁੱਧ ਲਈ ਕੋਈ ਚੜ ਕੇ ਆ ਜੇ ਤੇ ਇਹ ਛਤਰੀ ਦਾ ਧਰਮ ਹੁੰਦਾ, ਫਿਰ ਉਹਦੀ ਵੰਗਾਰ ਨੂੰ ਜ਼ਰੂਰ ਉਹ ਜਵਾਬ ਦਿੰਦਾ ਹੈ। ਰਾਜੇ ਅਸਰਾਜ ਨੇ ਫਿਰ ਖਾਨ ਤੇ ਸੁਲਤਾਨ ਦੀ ਉਸ ਲਲਕਾਰ ਨੂੰ ਸੁਣ ਕਰਕੇ ਚੜ੍ਹਾਈ ਕੀਤੀ। ਬਹੁਤ ਜ਼ਿਆਦੀ ਦੂਬਦੂ ਲੜਾਈ ਹੋਈ ਤੇ ਰਾਜੇ ਅਸਰਾਜ ਨੇ ਇਸ ਯੁੱਧ ਨੂੰ ਫਤਿਹ ਕੀਤਾ। ਖਾਨ ਸੁਲਤਾਨ ਜਿਹੜੇ ਸੀ ਉਹ ਇਸ ਯੁੱਧ ਦੇ ਅੰਦਰ ਮਾਰੇ ਗਏ। ਇਸ ਯੁੱਧ ਦੀ ਜਿਹੜੀਆਂ ਵਾਰਾਂ ਸੀਗੀਆਂ ਨਾ, ਉਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਅੱਗੇ ਜਿਹੜਾ ਭਾਈ ਨੱਥਾ ਤੇ ਢਾਡੀ ਉਬਦੁੱਲਾ ਇਹ ਗਾਇਆ ਕਰਦੇ ਸੀ। ਸੱਚੇ ਪਾਤਸ਼ਾਹ ਜੀ ਨੂੰ ਇਹ 5 ਤੁਕਾਂ ਦੀ ਸਾਧ ਸੰਗਤ ਜੀ ਇਹ ਪੌੜੀ ਹੁੰਦੀ ਹੈ ਤੇ ਇਹ ਵਾਰ ਸਤਿਗੁਰਾਂ ਨੂੰ ਪਸੰਦ ਆਈ। ਮਹਾਰਾਜ ਨੇ ਭਾਈ ਗੁਰਦਾਸ ਸਾਹਿਬ ਨੂੰ ਆਖਿਆ ਕਿ ਭਾਈ ਗੁਰਦਾਸ ਜੀ, ਇਹ ਜਿਹੜੀ ਵਾਰ ਹੈ ਟੁੰਡੇ ਅਸਰਾਜ ਦੀ, ਆਸਾ ਦੀ ਵਾਰ ਦੀ ਜਿਹੜੀ ਧੁਨ ਹੈ ਨਾ, ਇਹਦੇ ਉੱਤੇ ਮਹਾਰਾਜ ਕਹਿੰਦੇ ਭਾਈ ਇਹ ਚੜਾ ਦਿਓ। ਇਹ ਅੱਖਰ ਫਿਰ ਭਾਈ ਗੁਰਦਾਸ ਸਾਹਿਬ ਤੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਲਿਖਵਾਏ ਹੈ, ਜਿਸ ਦੀ ਗਵਾਹੀ ਸਾਧ ਸੰਗਤ ਜੀ ਗੁਰਬਲਾਸ ਪਾਤਸ਼ਾਹੀ 6ਵੀਂ ਵਿੱਚ ਮਿਲਦੀ ਹੈ। ਉਹ 5 ਤੁਕੀ ਵਾਰ ਦੀ ਕੀ ਪੌੜੀ ਹੈ ਉਹ ਆਪਾਂ ਸਰਵਣ ਕਰੀਏ ਤੇ ਫਿਰ ਆਪਾਂ ਗੁਰਬਾਣੀ ਦੇ ਅਰਥ ਸਰਵਣ ਕਰਦੇ ਹਾਂ। ਪਾਠੀ ਸਿੰਘ ਪੜਨਗੇ ਤੇ ਆਪ ਜੀ ਅਰਥ ਸਰਵਣ ਕਰਨਾ ਜੀ। ਭਬਕਿਆ ਸ਼ੇਰ ਸਰਦੂਲ ਰਾਏ। ਸਾਧ ਸੰਗਤ ਜੀ, ਸ਼ੇਰ ਦੀ ਤਰ੍ਹਾਂ ਭਬਕਿਆ ਕੌਣ? ਰਾਜਾ ਅਸਰਾਜ। ਤੇ ਸ਼ੇਰਾਂ ਵਿੱਚੋਂ ਨਸਲ ਹੁੰਦੀ ਹੈ ਸਭ ਤੋਂ ਵੱਡੀ ਨਸਲ ਸ਼ਾਰਦੂਲ ਸ਼ੇਰ ਦੀ। ਇਹ ਜਿਹੜਾ ਸ਼ਾਰਦੂਲ ਸ਼ੇਰ ਹੁੰਦਾ ਨਾ, ਇਹ ਸਾਧ ਸੰਗਤ ਜੀ ਜਦੋਂ ਨਦੀ ਦੇ ਵਹਿਣ 'ਚ ਉਤਰਦਾ ਹੈ ਨਾ, ਜਿਹੜਾ ਸ਼ੇਰ ਹੁੰਦਾ ਨਦੀ ਦੀ ਤੁਗਿਆਨੀ ਉਸ ਨੂੰ ਵਹਾ ਦਿੰਦੀ ਹੈ। ਜਿੱਥੋਂ ਵੜਦਾ ਉੱਥੇ ਨਹੀਂ ਉਹ ਨੱਕ ਦੀ ਸੇਧ ਨਾਲ ਨਿਕਲ ਪਾਉਂਦਾ, ਕਿਉਂਕਿ ਉਹਦੀਆਂ ਲੱਤਾਂ 'ਚ ਉਨੀ ਜਾਨ ਨਹੀਂ ਹੁੰਦੀ। ਤਰ ਕੇ ਨਿਕਲਦਾ ਪਰ ਦੂਰ ਨਿਕਲਦਾ। ਫਿਰ ਸਾਧ ਸੰਗਤ ਜੀ ਅੱਗੇ ਬੱਬਰ ਸ਼ੇਰ ਹੁੰਦਾ, ਉਹ ਉਹਦੇ ਤੋਂ ਥੋੜਾ ਹੋਰ ਹੋਰਾਂ ਨਿਕਲ ਜਾਂਦਾ ਹੈ। ਤੇ ਫਿਰ ਕਿਹੜੀ ਸ਼ੇਰ ਹੁੰਦਾ, ਉਹਨੂੰ ਵੀ ਪਾਣੀ ਬਹਾ ਦਿੰਦਾ ਹੈ। ਪਰ ਜਿਹੜਾ ਸ਼ਾਰਦੂਲ ਸ਼ੇਰ ਹੁੰਦਾ ਨਾ, ਇਹਨੂੰ ਪਾਣੀ ਬਹਾ ਨਹੀਂ ਸਕਦਾ। ਜਿੱਥੋਂ ਵੜਦਾ ਨੱਕ ਦੀ ਸੇਧ ਨਾਲ ਪਾਣੀ ਨੂੰ ਚੀਰਦਾ ਪਾਰ ਹੋ ਜਾਂਦਾ ਹੈ। ਇਹਦੇ ਬਲ ਪ੍ਰਤਾਪ ਕਰਕੇ ਇਹ ਜ਼ਿਕਰ ਕੀਤਾ ਇਸ ਵਾਰ ਦੇ ਅੰਦਰ ਢਾਡੀਆਂ ਨੇ ਕਿ ਸ਼ਾਰਦੂਲ ਸ਼ੇਰ ਦੀ ਤਰ੍ਹਾਂ ਅਸਰਾਜ ਰਾਜਾ ਯੁੱਧ ਦੇ ਮੈਦਾਨ ਦੇ ਅੰਦਰ ਭਬਕਿਆ, ਭਾਵ ਗੱਜਿਆ ਸੂਰਬੀਰ ਯੋਧਾ। ਰਣ ਮਾਰੂ ਬੱਜੇ। ਉਸ ਸਮੇਂ ਯੁੱਧ ਦੇ ਅੰਦਰ ਮਾਰੂ ਸਾਜ਼ ਜਿਹੜੇ ਸੀ, ਪਟੇ ਨਫੀਰੀਆਂ ਢੋਲ ਨਗਾਰੇ ਵੱਜ ਉੱਠੇ। ਸੁਲਤਾਨ ਖਾਨ ਵੱਡ ਸੂਰਮੇ। ਇਧਰ ਸੁਲਤਾਨ ਤੇ ਖਾਨ ਵੱਡੇ ਦੋਵੇਂ ਸੂਰਮੇ। ਵਿੱਚ ਰਣ ਦੇ ਗੱਜੇ। ਇਹ ਵੀ ਮੈਦਾਨੇ ਜੰਗ ਦੇ ਅੰਦਰ ਸਾਹਮਣੇ ਆ ਕੇ ਅਸਰਾਜ ਦੇ ਗੱਜੇ। ਖਤ ਲਿਖੇ ਟੁੰਡੇ ਅਸਰਾਜ ਨੂੰ। ਫਿਰ ਸਾਧ ਸੰਗਤ ਜੀ ਖਤ ਲਿਖਿਆ ਸੀ ਇਹਨਾਂ ਨੇ ਟੁੰਡੇ ਅਸਰਾਜ ਨੂੰ। ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਪਿਤਾ ਨੇ ਰਾਜ ਦੇ ਦਿੱਤਾ ਹੈ, ਪਾਤਸ਼ਾਹੀ ਅੱਜੇ, ਕਿ ਇਹਨੂੰ ਅੱਜ ਪਾਤਸ਼ਾਹੀ ਮਿਲ ਗਈ ਹੈ, ਇਸ ਕਰਕੇ ਯੁੱਧ ਨੂੰ ਤਿਆਰ ਹੋ ਗਏ। ਟਿੱਕਾ ਸਾਰੰਗ ਬਾਪ ਨੇ। ਤੇ ਟਿੱਕਾ ਜਿਹੜਾ ਸੀ ਨਾ ਸਾਰੰਗ ਨੂੰ ਦੇ, ਸਾਰੰਗ ਬਾਪ ਨੇ ਅਸਰਾਜ ਨੂੰ ਦੇ ਦਿੱਤਾ। ਦਿੱਤਾ ਭਰ ਲੱਜੇ। ਲੱਜਾ ਕਰਕੇ, ਸ਼ਰਮ ਕਰਕੇ, ਕਿਉਂਕਿ ਸ਼ਰਮ ਆਈ ਨਾ ਸਾਰੰਗ ਨੂੰ ਕਿ ਮੈਂ ਕੀ ਕੀਤਾ ਆਪਣੇ ਧਰਮੀ ਪੁੱਤ ਨਾਲ। ਆਪਣੇ ਉਸ ਸਮੇਂ ਧਰਮੀ ਪੁੱਤ ਨੂੰ ਟਿੱਕਾ ਦੇ ਦਿੱਤਾ, ਆਪਣੇ ਰਾਜ ਭਾਗ ਨੂੰ ਬਖਸ਼ ਦਿੱਤਾ। ਫਤਿਹ ਪਾਏ ਅਸਰਾਜ ਜੀ। ਅਸਰਾਜ ਰਾਜੇ ਨੇ ਇਸ ਫਿਰ ਯੁੱਧ ਦੇ ਅੰਦਰ ਫਤਿਹ ਪਾਉਣਾ ਕੀਤੀ। ਸ਼ਾਹੀ ਪਰ ਸੱਜੇ। ਸਾਧ ਸੰਗਤ ਜੀ, ਉਹਦੇ ਸਿਰ ਦੇ ਉੱਤੇ ਫਿਰ ਸ਼ਾਹੀ ਤਾਜ ਜਿਹੜਾ ਸੀ ਉਹ ਸਜਿਆ। ਇਸ ਤਰ੍ਹਾਂ ਇਹ ਢਾਡੀ ਵਾਰਾਂ ਮਹਾਰਾਜ ਕੋਲ ਗਾਇਆ ਕਰਦੇ। ਇਹ 5 ਤੁਕਾਂ ਦੀ ਪੌੜੀ ਹੈ ਤੇ ਆਸਾ ਦੀ ਵਾਰ ਦੀਆਂ ਮਹਾਰਾਜ ਨੇ ਪੌੜੀਆਂ ਇਸ ਧੁਨ ਦੇ ਉੱਤੇ ਗਾਇਨ ਕਰਨ ਦੀ ਆਗਿਆ ਕੀਤੀ ਹੈ। ਟੁੰਡੇ ਅਸਰਾਜਾ ਕੀ ਧੁਨੀ। ਇਹ ਅਸਰਾਜ ਰਾਜੇ ਦੀ ਟੁੰਡਾ ਜੋ ਸੀਗਾ, ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੂੰ ਧਰਮੀ ਹੋਣ ਕਰਕੇ ਟੁੰਡ ਹਰੇ ਕਰ ਦਿੱਤੇ। ਉਹਦੀ ਧੁਨ ਬਣਾਈ ਸੱਚੇ ਪਾਤਸ਼ਾਹ ਨੇ ਆਸਾ ਦੀ ਵਾਰ ਤੇ ਗਾਉਣ ਦਾ ਹੁਕਮ ਕੀਤਾ। ਸ਼ਲੋਕ ਮਹੱਲਾ ਪਹਿਲਾ। ਹੁਣ ਸ਼ਲੋਕ ਆਰੰਭ ਹੁੰਦਾ ਹੈ ਸਾਧ ਸੰਗਤ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਸ ਦੇ ਨਾਲ ਸਰੂਪ ਦੇ ਲੋਕ ਦੀ ਪ੍ਰਾਪਤੀ ਹੋਵੇ, ਸਵੈ ਲੋਕ ਦੀ ਪ੍ਰਾਪਤੀ ਹੋਵੇ, ਐਸੇ ਸ਼ਲੋਕ ਮਹਾਰਾਜ ਇਸ ਵਾਰ ਵਿੱਚ ਉਚਾਰਨ ਕਰਦੇ ਆ। ਬਲਹਾਰੀ ਗੁਰ ਆਪਣੇ। ਜਦੋਂ ਮਹਾਰਾਜ ਪਾਕ ਪੱਟਣ ਵਿੱਚ ਗਏ ਆ ਨਾ,
ਸਾਧ ਸੰਗਤ ਜੀ, ਇੱਥੇ ਸ਼ੇਖ ਬ੍ਰਹਮ ਰਹਿੰਦਾ ਸੀਗਾ। ਇਹ ਫਰੀਦ ਸਾਨੀ ਦੀ ਗੱਦੀ ਚੱਲਦੀ ਸੀ ਤੇ ਇਹ ਫਰੀਦ ਜੀ ਦਾ ਪੋਤਾ ਚੇਲਾ ਸੀ ਸ਼ੇਖ ਬ੍ਰਹਮ। ਜਿਹੜਾ ਗੱਦੀ ਤੇ ਬੈਠਦਾ ਸੀ ਉਹਦਾ ਨਾਮ ਫਰੀਦ ਪੈ ਜਾਂਦਾ ਸੀਗਾ। ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਨਾ, ਇਹ ਇਹੀ ਸ਼ੇਖ ਫਰੀਦ ਜੀ ਹਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਸੱਚੇ ਪਾਤਸ਼ਾਹ ਨੇ ਦਰਜ ਕੀਤੀ ਹੈ। ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਹੋਈ ਸੀ ਬਾਬਾ ਸ਼ੇਖ ਫਰੀਦ ਜੀ ਨੂੰ। ਸੱਚੇ ਪਾਤਸ਼ਾਹ ਜੀ ਨੇ ਇਹ 9 ਪੌੜੀਆਂ 9 ਸ਼ਲੋਕ ਜਿਹੜੇ ਹੈ ਇਹ ਪਾਕ ਪੱਟਣ ਵਿੱਚ ਸਤਿਗੁਰਾਂ ਜੀ ਨੇ ਉਚਾਰਨ ਕੀਤੇ ਹੈ ਤੇ ਇਸ ਸ਼ਲੋਕ ਦੇ ਅੰਦਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਬਲਿਹਾਰੀ ਗੁਰ ਆਪਣੇ। ਇਹ ਸ਼ੇਖ ਬ੍ਰਹਮ ਫਰੀਦ ਜੀ ਕਹਿੰਦੇ ਐ, ਹੇ ਗੁਰੂ ਨਾਨਕ ਸਾਹਿਬ ਜੀ, ਬਲਿਹਾਰ ਜਾਣ ਯੋਗ ਕਿਹੜੀ ਚੀਜ਼ ਹੈ? ਕਿਸ ਤੋਂ ਬਲਿਹਾਰ ਜਾਣਾ ਚਾਹੀਦਾ ਹੈ? ਤਾਂ ਹਜੂਰ ਕਹਿੰਦੇ ਨੇ, ਦਿਹਾੜੀ ਸਦਵਾਰ ਬਲਿਹਾਰੀ ਗੁਰ ਆਪਣੇ। ਮਹਾਰਾਜ ਕਹਿੰਦੇ, ਭਾਈ ਸ਼ੇਖ ਬ੍ਰਹਮ ਜੀ, ਅਸੀਂ ਆਪਣੇ ਅਕਾਲ ਪੁਰਖ ਵਾਹਿਗੁਰੂ ਤੋਂ ਗੁਰੂ ਤੋਂ ਨਿਰੰਕਾਰ ਗੁਰੂ ਨਾਨਕ ਸਾਹਿਬ ਜੀ ਦੇ ਗੁਰੂ ਹਨ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੀ ਰਸਨਾ ਤੋਂ ਕਿਹਾ ਕਿ ਭਾਈ ਸਾਨੂੰ ਤਾਂ ਪਾਰ ਬ੍ਰਹਮ ਗੁਰੂ ਮਿਲੇ ਨੇ। ਮਹਾਰਾਜ ਕਹਿੰਦੇ ਅਸੀਂ ਆਪਣੇ ਗੁਰੂ ਅਕਾਲ ਪੁਰਖ ਵਾਹਿਗੁਰੂ ਤੋਂ ਬਲਿਹਾਰ ਜਾਂਦੇ ਹਾਂ। ਦਿਹਾੜੀ ਸਦਵਾਰ। ਕਿੰਨੀ ਕੁ ਵਾਰੀ? ਮਹਾਰਾਜ ਕਹਿੰਦੇ ਦਿਹਾੜੀ ਦੇ ਅੰਦਰ ਸਦਵਾਰ, ਸੈਂਕੜੇ ਵਾਰ ਅਸੀਂ ਆਪਣੇ ਗੁਰੂ ਅਕਾਲ ਪੁਰਖ ਤੋਂ ਬਲਿਹਾਰ ਜਾਂਦੇ ਹਾਂ। ਜੇ ਬਲਿਹਾਰ ਜਾਣ ਜੋਗੀ ਕੋਈ ਥਾਂ ਹੈ ਤਾਂ ਉਹ ਕੇਵਲ ਗੁਰੂ ਜੀ ਦਾ ਦਰ ਹੈ, ਸਤਿਗੁਰੂ ਜੀ ਦਾ ਸਰੂਪ ਹੈ। ਦਿਹਾੜੀ ਸਦਵਾਰ। ਸੱਚੇ ਪਾਤਸ਼ਾਹ ਜੀ ਕਹਿੰਦੇ ਉਮਰਾ ਰੂਪੀ ਦਿਹਾੜੀ ਦੇ ਅੰਦਰ ਸੈਂਕੜੇ ਵਾਰ ਅਸੀਂ ਸਦਾ ਹੀ ਆਪਣੇ ਗੁਰੂ ਅਕਾਲ ਪੁਰਖ ਤੋਂ ਬਲਿਹਾਰ ਜਾਂਦੇ ਹਾਂ। ਜਿਨ ਮਾਨਸ ਤੇ ਦੇਵਤੇ ਕੀਏ। ਜਿਸ ਸਾਡੇ ਅਕਾਲ ਪੁਰਖ ਵਾਹਿਗੁਰੂ ਗੁਰੂ ਨੇ ਇਸ ਮਾਨਸ ਤੋਂ ਮਨੁੱਖਾ ਦੇਹੀ ਤੋਂ ਦੇਵਤੇ ਕਰ ਦਿੱਤੇ। ਸਾਧ ਸੰਗਤ ਜੀ, ਇਹ ਮਾਨਸ ਮਾਣ ਦਾ ਖਾਧਾ ਹੋਇਆ ਮਨੁੱਖ ਹੈ ਨਾ, ਤਾਂ ਇਹਦਾ ਨਾਮ ਮਾਨਸ ਪਿਆ ਹੈ। ਮਾਣ ਕਰਦੇ ਆ, ਹੰਕਾਰ ਕਰਦੇ ਆ ਦੇਹ ਦਾ, ਤੇ ਜਦੋਂ ਤੱਕ ਇਹ ਮਾਣ ਵਿੱਚ ਫਸਿਆ ਰਹਿੰਦਾ ਉਹਨਾਂ ਚਿਰ ਮਾਨਸ ਵੈ, ਤੇ ਮਨੂ ਦੀ ਅੰਸ਼ ਤੋਂ ਵੀ ਇਸ ਦਾ ਨਾਮ ਮਾਨਸ ਵੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਮਾਨਸ ਤੇ ਦੇਵਤੇ ਕੀਏ। ਇਹ ਦੇਵਤੇ ਉਹ ਨਹੀਂ ਕੀਤੇ ਵੀ ਜਿਹੜੇ ਇੰਦਰ ਵਰਗੇ ਆ, ਜਿਨ੍ਹਾਂ ਦਾ ਰਾਜਾ ਇੰਦਰ ਵੈ। ਦੇਵ ਤੋਂ ਸਾਧ ਸੰਗਤ ਜੀ, ਦੇਵ ਧਾਤੂ ਤੋਂ ਅਰਥ ਹੈ ਪ੍ਰਕਾਸ਼ ਸਰੂਪ। ਪ੍ਰਕਾਸ਼ ਕੀ ਹੈ? ਗਿਆਨ ਦਾ ਪ੍ਰਕਾਸ਼, ਬ੍ਰਹਮ ਗਿਆਨ ਦਾ ਪ੍ਰਕਾਸ਼। ਸਤਿਗੁਰੂ ਜੀ ਨੇ ਇਹ ਅਕਾਲ ਪੁਰਖ ਵਾਹਿਗੁਰੂ ਦੀ ਸ਼ਕਤੀ ਕਥਨ ਕੀਤੀ ਹੈ। ਸਾਧ ਸੰਗਤ ਜੀ, ਨਿਰੰਕਾਰ ਦੀ ਸ਼ਕਤੀ ਜਦੋਂ ਮਨੁੱਖ ਦੇ ਸਰੀਰ ਤੇ ਮਾਨਸ ਦੇ ਉੱਤੇ ਆ ਕਰਕੇ ਵਰਤਦੀ ਹੈ ਨਾ, ਇੱਕਦਮ ਪਲਟਾ ਵੱਜਦਾ। ਫਿਰ ਕਿੱਥੇ ਦੈਂਤ ਬਿਰਤੀ ਹੁੰਦੀ ਹੈ, ਕਿੱਥੇ ਫਿਰ ਦੇਵ ਬਿਰਤੀ ਬਣ ਜਾਂਦੀ ਹੈ। ਮਾਨਸ ਤੇ ਦੇਵਤੇ ਕੀਏ। ਮਨੁੱਖਾਂ ਤੋਂ ਮਾਣ ਦੇ ਖਾਧੇ ਹੋਏ ਜਿਹੜੇ ਮਨੁੱਖ ਸੀਗੇ, ਉਹਨਾਂ ਤੋਂ ਜਦੋਂ ਮੇਰੇ ਅਕਾਲ ਪੁਰਖ ਵਾਹਿਗੁਰੂ ਗੁਰੂ ਨੇ ਪਰਸਿਆ ਨਾ ਉਹਨਾਂ ਨੂੰ, ਮਹਾਰਾਜ ਕਹਿੰਦੇ ਉਹਨਾਂ ਨੂੰ ਦੇਵ ਪ੍ਰਕਾਸ਼ ਸਰੂਪ ਕਰ ਦਿੱਤਾ। ਬ੍ਰਹਮ ਗਿਆਨ ਦੇ ਪ੍ਰਕਾਸ਼ ਨਾਲ ਉਹਨਾਂ ਨੂੰ ਨਿਹਾਲ ਕਰ ਦਿੱਤਾ। ਕਰਤਨ ਲਾਗੀ ਵਾਰ। ਮੁਸਲਮਾਨਾਂ ਦੇ ਮਸਲਿਆਂ ਦੀਆਂ ਕਿਤਾਬਾਂ ਵਿੱਚ ਲਿਖਿਆ ਹੋਇਆ ਹੈ ਕਿ ਖੁਦਾ ਨੇ ਨਾ 7 ਦਿਨ ਵਿੱਚ ਸ੍ਰਿਸ਼ਟੀ ਬਣਾਈ, ਤੇ 7 ਦਿਨ ਵਿੱਚ ਸ੍ਰਿਸ਼ਟੀ ਬਣਾ ਕਰਕੇ ਫਿਰ 8ਵੇਂ ਦਿਨ ਉਹਨ ਆਰਾਮ ਕੀਤਾ ਸੀ। ਪਰ ਹਜੂਰ ਇਉਂ ਨਹੀਂ ਕਹਿੰਦੇ। ਮਹਾਰਾਜ ਕਹਿੰਦੇ ਕਰਤਨ ਲਾਗੀ ਵਾਰ। ਵਾਹਿਗੁਰੂ ਨੂੰ ਮਨੁੱਖਾਂ ਤੋਂ ਬ੍ਰਹਮ ਗਿਆਨ ਦੇਣ ਲੱਗਿਆ ਦੇਰ ਨਹੀਂ ਲੱਗੀ। ਗੁਰੂ ਨਾਨਕ ਸਾਹਿਬ ਜੀ ਦੇ ਚਰਨ ਹੀ ਪਰਸੇ ਸੀ ਨਾ ਆਧਰ ਕੇ ਨੇ, ਕਪਾਟ ਖੁੱਲ ਗਏ ਸੀ ਉਹਦੇ। ਸਾਲਸਰਾਏ ਜੌਹਰੀ ਕਹਿੰਦਾ ਮਹਾਰਾਜ ਇਹ ਤਾਂ ਮੇਰਾ ਨੌਕਰ ਹੈ। ਹਜੂਰ ਕਹਿੰਦੇ ਫਿਰ ਇਹਦੇ ਚਰਨ ਫੜ ਲੈ। ਜਦੋਂ ਸਾਲਸਰਾਏ ਜੌਹਰੀ ਨੇ ਇੰਨੀ ਨਿਮਰਤਾ ਧਾਰਨ ਕੀਤੀ, ਆਪ ਦੇ ਨੌਕਰ ਦੇ ਵੀ ਪੈਰ ਪਕੜ ਲਏ। ਹਜੂਰ ਨੇ ਉਹਦੇ ਵੀ ਸਿਰ ਦੇ ਉੱਤੇ ਆਪਣਾ 2.25 ਗਜ ਦਾ ਸਾਫਾ ਜਿਹੜਾ ਸੀ ਨਾ ਪਰਨਾ ਗਲ ਵਾਲਾ, ਉਹ ਲਾ ਕੇ ਮਹਾਰਾਜ ਸਾਲਸਰਾਏ ਜੌਹਰੀ ਦੇ ਸੀਸ ਤੇ ਸਜਾ ਦਿੱਤਾ। ਉਹਦੇ ਵੀ ਕਪਾਟ ਖੁੱਲ ਗਏ। ਗਿਆਨ ਹੋ ਗਿਆ ਸਾਲਸਰਾਏ ਜੌਹਰੀ ਨੂੰ। ਇਹ ਗਿਆਨ ਦੇਣ ਲੱਗਿਆ ਗੁਰੂ ਨਾਨਕ ਸਾਹਿਬ ਨੂੰ ਦੇਰ ਨਹੀਂ ਲੱਗੀ। ਸਤਿਗੁਰਾਂ ਨੇ ਆਪਣੀ ਨਿਗਾਹ ਨਾਲ ਹੀ ਤੱਕਿਆ ਤੇ ਨੂਰਸ਼ਾਹ ਜਾਦੂਗਰਨੀ ਦਾ ਜੀਵਨ ਪਲਟ ਗਿਆ। ਬ੍ਰਹਮ ਗਿਆਨੀ ਹੋਈ ਆ ਉਹ ਨੂਰਸ਼ਾਹ ਜਾਦੂਗਰਨੀ, ਜਿਹੜੀ ਜਾਦੂ ਟੂਣੇ ਕਰਦੀ ਸੀ, ਜਿਨ ਭਾਈ ਮਰਦਾਨਾ ਜੀ ਨੂੰ ਮੇਢਾ ਬਣਾ ਲਿਆ ਸੀਗਾ।
ਬੜੀਆਂ ਤਰਾਟਕ ਸ਼ਕਤੀਆਂ ਜਾਣਦੀ ਸੀ। ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਢੇਰੀ ਹੋ ਗਈ ਸੀ। ਸਤਿਗੁਰੂ ਦਾ ਪ੍ਰਤਾਪ ਵੇਖ ਕੇ ਮਹਾਰਾਜ ਨੇ ਕਿਹਾ, ਨੂਰਸ਼ਾਹ ਜੀਵਨ ਹਾਰ ਜਾਏਂਗੀ। ਸਤਿਗੁਰੂ ਤੁਹਾਡੇ ਦਰਸ਼ਨ ਕਰਕੇ ਹੀ ਜਾਦੂ ਟੂਣਿਆਂ ਵਾਲੀ ਨੂਰਸ਼ਾਹ ਮਰ ਗਈ ਹੈ, ਕਿਰਪਾ ਕਰਕੇ ਆਪਣੀ ਗੁਰਮਤਿ ਦਾ ਮੈਨੂੰ ਉਪਦੇਸ਼ ਦਿਓ। ਸਤਿਗੁਰਾਂ ਨੇ ਕਿਰਪਾ ਦ੍ਰਿਸ਼ਟੀ ਨਾਲ ਤੱਕ ਕੇ ਨੂਰਸ਼ਾਹ ਨੂੰ ਬ੍ਰਹਮ ਗਿਆਨ ਦਿੱਤਾ ਤੇ ਉਥੋਂ ਦੀ ਪ੍ਰਚਾਰਕ ਥਾਪਿਆ, ਧਰਮਸ਼ਾਲਾ ਕਾਇਮ ਕੀਤੀ। ਸਾਰੀ ਜ਼ਿੰਦਗੀ ਨੂਰਸ਼ਾਹ ਸਾਧ ਸੰਗਤ ਜੀ ਗੁਰਮਤਿ ਦਾ ਪ੍ਰਚਾਰ ਕਰਦੀ ਰਹੀ। ਕਿੱਥੇ ਜਾਦੂ ਟੂਣਿਆਂ ਵਾਲਾ ਜੀਵਨ ਸੀ। ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਕਰਦਿਆਂ ਹੋਇਆਂ ਸਤਿਗੁਰਾਂ ਨੂੰ ਦੇਰ ਨਹੀਂ ਲੱਗੀ, ਬਸ ਸੀਸ ਤੇ ਹੱਥ ਹੀ ਧਰਿਆ, ਮੇਰ ਦੀ ਦ੍ਰਿਸ਼ਟੀ ਪਾ ਕੇ ਤੱਕਿਆ ਹੀ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ, ਤੇ ਫਿਰ ਪਾਹਣ ਮਾਣਕ ਕਰੈ, ਪੱਥਰ ਨੂੰ ਮੋਤੀ ਕਰ ਦਿੱਤਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ। ਕਾਠੋਂ ਸ਼੍ਰੀਖੰਡ ਸਤਿਗੁਰੂ ਕੀਓ। ਕਿੱਥੇ ਸਾਧ ਸੰਗਤ ਜੀ ਨਿੰਮ ਕੌੜੀ ਹੁੰਦੀ ਹੈ, ਅੱਕ ਧਤੂਰਾ ਕੌੜਾ ਹੁੰਦਾ ਹੈ, ਪਰ ਜਦੋਂ ਚੰਦਨ ਹੋਵੇ ਤੇ ਉਹਦਾ ਕਿੱਡਾ ਮੁੱਲ ਹੁੰਦਾ ਹੈ। ਸਤਿਗੁਰੂ ਜੀ ਦੇ ਵੇਖਦਿਆਂ ਹੀ ਛਿਛਰੇ ਪਲਾਸ ਦੇ ਰੁੱਖਾਂ ਵਰਗੇ ਨਿੰਮ ਵਰਗੇ ਕੌੜੇ ਜਿਹੜੇ ਸੀ ਨਾ, ਉਹ ਭਗਤੀ ਦੀ ਚੰਦਨ ਦੀ ਖੁਸ਼ਬੂ ਜਿਹੜੀ ਸੀ ਨਾ, ਭਗਤੀ ਦੀ ਖੁਸ਼ਬੂ ਵਾਲੇ ਹੋ ਗਏ। ਮਹਾਰਾਜ ਕਹਿੰਦੇ ਮੇਰੇ ਵਾਹਿਗੁਰੂ ਨੂੰ ਇਹ ਮਨੁੱਖਾਂ ਤੋਂ ਦੇਵਤੇ ਕਰਦਿਆਂ ਬ੍ਰਹਮ ਗਿਆਨ ਦਿੰਦਿਆਂ ਕੋਈ ਦੇਰ ਨਹੀਂ ਲੱਗਦੀ। 10 ਪਾਤਸ਼ਾਹੀਆਂ ਨੇ ਇਹ ਨਾਮ ਦਾ ਪ੍ਰਸਾਦ ਸਾਧ ਸੰਗਤ ਜੀ ਜੀਆਂ ਨੂੰ ਆ ਕਰਕੇ ਛੋਲਿਆਂ ਦੀ ਤਰ੍ਹਾਂ ਹੀ ਵਰਤਾ ਦਿੱਤਾ। ਸੱਚੇ ਪਾਤਸ਼ਾਹ ਜੀ ਨੇ ਐਡੀਆਂ ਬਖਸ਼ਿਸ਼ਾਂ ਕੀਤੀਆਂ ਗਰੀਬ ਨਵਾਜ ਸਤਿਗੁਰੂ ਜੀ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਬਾਬਤ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ, ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ। ਮਹਾਰਾਜ ਨੂੰ ਜਦੋਂ ਸੜਦੀ ਬਲਦੀ ਹੋਈ ਪ੍ਰਿਥਵੀ ਦਿਸੀ ਤੇ ਭਾਈ ਸਾਹਿਬ ਜੀ ਕਹਿੰਦੇ ਨੇ ਚੜਿਆ ਸੋਧਣ ਧਰਤ ਲੁਕਾਈ। ਮਹਾਰਾਜ ਨੇ ਫਿਰ ਸਤਨਾਮ ਦਾ ਚੱਕਰ ਫਰਾਇਆ, ਸੱਚੇ ਨਾਮ ਦਾ ਛਟਾ ਦਿੱਤਾ ਬਲਦੀ ਸੜਦੀ ਹੋਈ ਸ੍ਰਿਸ਼ਟੀ ਦੇ ਉੱਪਰ। ਇਹ ਗੁਰੂ ਨਾਨਕ ਸਾਹਿਬ ਨੂੰ ਕਰਦਿਆਂ ਕੋਈ ਦੇਰ ਨਹੀਂ ਲੱਗੀ ਹੈ। ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੀ ਇਸ ਸ਼ਕਤੀ ਦਾ ਜ਼ਿਕਰ ਕਰਦੇ ਹੋਏ ਕਹਿੰਦੇ ਨੇ, ਸ਼ੇਖ ਬ੍ਰਹਮ ਜੀ ਜਦੋਂ ਮੇਰਾ ਵਾਹਿਗੁਰੂ ਕਿਰਪਾ ਕਰਦਾ ਹੈ ਨਾ ਤੇ ਉਹਨੂੰ ਪ੍ਰਕਾਸ਼ ਦਿੰਦਿਆਂ ਗਿਆਨ ਦਿੰਦਿਆਂ ਹੋਇਆਂ ਦੇਰ ਨਹੀਂ ਲੱਗਦੀ। ਇਹ ਛਿਨ ਮਾਤਰ ਸਮੇਂ 'ਚ ਹੀ ਸਾਰੀ ਸ੍ਰਿਸ਼ਟੀ ਵਾਹਿਗੁਰੂ ਨੇ ਬਣਾ ਦਿੱਤੀ ਆ। ਮਹੱਲਾ ਦੂਜਾ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਖਡੂਰ ਸਾਹਿਬ ਵਿੱਚ ਸਜੇ ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੂੰ ਸਿੱਖ ਪੁੱਛਦੇ ਆ ਕਿ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜੋ ਅਕਾਲ ਪੁਰਖ ਵਾਹਿਗੁਰੂ ਦਾ ਗੁਰੂ ਰੂਪ ਵਿੱਚ ਜ਼ਿਕਰ ਕੀਤਾ ਹੈ, ਮਹਾਰਾਜ ਆਪ ਸਾਨੂੰ ਦੱਸੋ ਕਿ ਗੁਰੂ ਨਾਨਕ ਸਾਹਿਬ ਆਪ ਕੇ ਗੁਰੂ ਹਨ। ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੀ ਕੀ ਮਹਿਮਾ ਹੈ, ਆਪ ਕਿਰਪਾ ਕਰਕੇ ਦੱਸੋ। ਤੇ ਹਜੂਰ ਆਪਣੇ ਗੁਰੂਦੇਵ ਗੁਰੂ ਨਾਨਕ ਸਾਹਿਬ ਜੀ ਅਕਾਲ ਪੁਰਖ ਵਾਹਿਗੁਰੂ ਸਰੂਪ ਸਤਿਗੁਰੂ ਜੀ ਦੀ ਮਹਿਮਾ ਮਹਾਰਾਜ ਕਹਿੰਦੇ ਆ, ਭਾਈ ਗੁਰੂ ਸਾਹਿਬ ਕਿੰਨੇ ਮਹਾਨ ਹਨ। ਕਿਉਂਕਿ ਮਹਾਰਾਜ ਦੀ ਮਹਾਨਤਾ ਨੂੰ ਤਾਂ ਮਾਪਿਆ ਨਹੀਂ ਜਾ ਸਕਦਾ ਨਾ, ਪਰ ਜੀਆਂ ਦੇ ਭਲੇ ਲਈ ਸੱਚੇ ਪਾਤਸ਼ਾਹ ਜੀ ਦੱਸਦੇ ਆ ਕਿ ਭਈ ਸਾਡੇ ਗੁਰੂ ਸਾਹਿਬ ਜਿਹੜੇ ਗੁਰੂ ਨਾਨਕ ਸਾਹਿਬ ਨੂੰ ਗੁਰੂ ਧਾਰਨ ਕਰਦੇ ਆ ਉਹਨਾਂ ਨੂੰ ਕੀ ਬਖਸ਼ਿਸ਼ ਮਿਲਦੀ ਹੈ, ਤੇ ਜਿਹੜੇ ਗੁਰੂ ਤੋਂ ਵਾਂਝੇ ਰਹਿ ਜਾਂਦੇ ਉਹਨਾਂ ਦਾ ਕੀ ਹਾਲ ਹੁੰਦਾ ਏ। ਜੇ ਸੋ ਚੰਦਾ ਉਗਵਹਿ। ਮਹਾਰਾਜ ਗੁਰੂ ਸਾਹਿਬ ਦੀ ਮਹਿਮਾ ਕਹਿੰਦੇ ਆ ਸਿੱਖੋ, ਜੇ ਸੋ ਚੰਦਾ ਉਗਵਹਿ, ਜੇ ਭਾਵੇਂ 100 ਚੰਦਰਮੇ ਜਿਹੜੇ ਆ ਉੱਗ ਪੈਣ, ਭਾਵ ਆਕਾਸ਼ ਵਿੱਚ ਪੈਦਾ ਹੋ ਜਾਣ, ਚਾਨਣ ਦੇਣ ਲੱਗ ਪੈਣ, ਸੂਰਜ ਚੜ੍ਹੇ ਹਜ਼ਾਰ, ਤੇ ਹਜ਼ਾਰਾਂ ਹੀ ਸੂਰਜ ਜਿਹੜੇ ਉਹ ਚੜ੍ਹ ਪੈਣ। ਇੱਕ ਸੂਰਜ ਦੇ ਨਾਲ ਵੇਖ ਲਓ ਕਿੰਨਾ ਚਾਨਣ ਹੁੰਦਾ, ਧਰਤੀ ਦੇ ਦੂਜੇ ਪਾਸੇ ਚੱਲ ਜੇ ਉਧਰ ਚਾਨਣ ਹੁੰਦਾ, ਪਰ ਜੇ ਹਜ਼ਾਰ ਹੀ ਸੂਰਜ ਚੜ੍ਹ ਜਾਣ ਏਤੇ ਚਾਨਣ ਹੁੰਦੇ ਆ। ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਕਹਿੰਦੇ ਸਿੱਖੋ, ਇੱਕ ਸੂਰਜ ਦੀ ਗੱਲ ਕੀ ਹੈ, 100 ਚੰਦਰਮਾ 1000 ਸੂਰਜ ਚਾਨਣ ਕਰਨ ਲੱਗ ਜਾਣ ਤੇ ਇੰਨੇ ਚਾਨਣ ਦੇ ਪ੍ਰਕਾਸ਼ ਦੇ ਹੁੰਦਿਆਂ ਹੋਇਆਂ ਗੁਰ ਬਿਨ ਘੋਰ ਅੰਧਾਰ, ਗੁਰੂ ਤੋਂ ਬਿਨਾ ਅਗਿਆਨਤਾ ਦਾ ਜਿਹੜਾ ਘੋਰ ਭਿਆਨਕ ਹਨੇਰਾ ਨਾ ਉਹ ਬਣਿਆ ਹੀ ਰਹਿੰਦਾ ਜੇ ਗੁਰੂ ਨਾ ਧਾਰਨ ਕਰੀਏ ਤਾਂ। ਗੁਰੂ ਨਾਨਕ ਸਾਹਿਬ ਹੀ ਹੈ ਜਿਹੜੇ ਅਗਿਆਨਤਾ ਦੇ ਹਨੇਰੇ ਨੂੰ ਚੱਕਣ ਵਾਲੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਨੇ ਕਿਹਾ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੈ, ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੈ, ਗੁਰ ਕਰ ਸੱਚ ਵਿਚਾਰ,
ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸਪੁੰਨ, ਅਗਨ ਕਟੇ ਸਭ ਤੇਰੇ, ਗੁਰ ਨੈਣ ਬੈਣ ਗੁਰ ਗੁਰ ਕਰੋ, ਗੁਰੂ ਸਤ ਕਵ ਨਲ ਕਹੈ, ਜਿਨ ਗੁਰੂ ਨਹਿ ਦੇਖਿਓ ਨਹੁ ਕੀਓ, ਤੇ ਅਕਿਆਥ ਸੰਸਾਰ ਮਹਿ। ਗੁਰੂ ਸਾਹਿਬ ਦੀ ਮਹਿਮਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਗੁਰ ਕੀ ਮਹਿਮਾ ਅਗਮ ਹੈ, ਕਿਆ ਕਥਾ ਕਥਨ ਹਾਰ। ਕਥਨ ਕਰਨ ਵਾਲਾ ਕੀ ਕਥਨ ਕਰ ਲੇਗਾ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਨੂੰ। ਇਸੇ ਕਰਕੇ ਭੱਟਾਂ ਨੇ ਵੀ ਜਦੋਂ ਆਰੰਭ ਕੀਤਾ ਨਾ ਮਹਾਰਾਜ ਦਾ ਜਸ, ਤੇ ਉਹਨਾਂ ਕਿਹਾ ਇੱਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਵਿਖਿਆਤਾ, ਤਾਸ ਚਰਨ ਲੈ ਹਿਰਦੇ ਬਸਾਵੋ, ਤਉ ਪਰਮ ਗੁਰੂ ਨਾਨਕ ਗੁਣ ਗਾਵੋ। ਮਹਾਰਾਜ ਅਸੀਂ ਤਾਂ ਤੁਹਾਡੇ ਗੁਣ ਗਾ ਸਕਦੇ ਹਾਂ, ਪਹਿਲਾਂ ਆਪਦੇ ਚਰਨ ਸਾਡੇ ਹਿਰਦੇ ਵਿੱਚ ਵਸਾਓ। ਆਪ ਵਰਾਂ ਦੇ ਦਾਤੇ ਹੋ ਸੱਚੇ ਪਾਤਸ਼ਾਹ। ਗੁਰੂ ਅੰਗਦ ਸਾਹਿਬ ਜੀ ਕਹਿੰਦੇ ਸਿੱਖੋ, ਗੁਰੂ ਸਾਹਿਬ ਤੋਂ ਬਿਨਾਂ ਤਾਂ ਹਨੇਰ ਹੀ ਹਨੇਰ ਹੈ, ਅੰਦਰ ਪ੍ਰਕਾਸ਼ ਨਹੀਂ ਹੁੰਦਾ। ਅੰਦਰਲਾ ਹਨੇਰਾ ਤਾਂ ਸਤਿਗੁਰੂ ਜੀ ਹੀ ਕਿਰਪਾ ਕਰਕੇ ਸ਼ਬਦ ਦੇ ਪ੍ਰਕਾਸ਼ ਨਾਲ ਨਾਸ ਕਰਦੇ ਆ। ਇਸੇ ਪ੍ਰਕਾਰ ਹੀ ਜੇ ਸੌ ਚੰਦਾ ਉਗਵਹਿ, ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਸੌ ਚੰਦਾ ਉਗਵਹਿ। ਚੰਦਰਮਾ ਦੀ ਨਿਆਈ ਜਿਹੜੇ 6 ਸ਼ਾਸਤਰਾਂ ਦਾ ਗਿਆਨ ਦਾ ਪ੍ਰਕਾਸ਼ ਹੈ, ਮਹਾਰਾਜ ਕਹਿੰਦੇ ਭਾਈ ਇਹਨਾਂ ਨੂੰ ਕੋਈ 100 ਵਾਰੀ ਪੜ੍ਹ ਕੇ ਕੰਠ ਸਥਾਲ ਕਰ ਲਵੇ, 6 ਸ਼ਾਸਤਰਾਂ ਦੇ ਗਿਆਨ ਦਾ ਪ੍ਰਕਾਸ਼ ਅੰਦਰ ਹੋ ਜਾਵੇ। ਸੂਰਜ ਚੜ੍ਹੇ ਹਜ਼ਾਰ, ਤੇ ਹਜ਼ਾਰ ਹਾ ਸੂਰਜਾਂ ਦੀ ਨਿਆਈ ਕੀ ਹੈ, ਜਿਹੜੇ 4 ਵੇਦ ਨੇ ਉਹਨਾਂ ਨੂੰ 1000 ਵਾਰੀ ਪੜ੍ਹ ਕੇ ਕੰਠ ਸਥਲ ਕਰਕੇ ਹੀ 4 ਵੇਦਾਂ ਦਾ ਜਿਹੜਾ ਗਿਆਨ ਹੈ ਉਹ ਇੰਨਾ ਕੰਠ ਸਥਲ ਹੋ ਜਾਵੇ ਕਿ ਉਹ ਅੰਦਰ ਹੀ ਸਾਧ ਸੰਗਤ ਜੀ ਜਿਹੜੇ ਆ ਪ੍ਰਕਾਸ਼ ਹੋ ਜਾਣ। ਜਿਹੜੀ ਵੀ ਕੋਈ ਤੁਕ ਬੋਲੇ ਕੰਠ ਬੋਲੀ ਚਲਿਆ ਜਾਵੇ। ਇੰਨਾ ਜ਼ਿਆਦਾ ਸੂਰਜਾਂ ਦੀ ਤਰ੍ਹਾਂ ਮਹਾਰਾਜ ਕਹਿੰਦੇ 1000 ਵਾਰੀ ਕੰਠ ਕਰਕੇ ਵੇਦਾਂ ਦਾ ਗਿਆਨ ਦਾ ਪ੍ਰਕਾਸ਼ ਲੈ ਲਵੇ। ਇਤੇ ਚਾਨਣ ਹੁੰਦਿਆਂ, ਇੰਨਾ ਬਾਹਰੋਂ ਗਿਆਨ ਦਾ ਪ੍ਰਕਾਸ਼ ਹੁੰਦਿਆਂ, ਬਾਹਰੀ ਕਿਤਾਬਾਂ ਨੂੰ ਪੜ੍ਹਦਿਆਂ, ਜੋ ਵੀ ਇਹ ਕਿਤਾਬੀ ਗਿਆਨ ਹੈ, ਗ੍ਰੰਥਾਂ ਦਾ ਗਿਆਨ, ਇਹਨੂੰ ਪੜ੍ਹ ਕਰਕੇ ਇੰਨਾ ਚਾਨਣ ਇੰਨਾ ਪ੍ਰਕਾਸ਼ ਹਾਸਲ ਕਰ ਲਵੇ। ਗੁਰ ਬਿਨ ਘੋਰ ਅੰਧਾਰ, ਪਰ ਗੁਰੂ ਤੋਂ ਬਿਨਾ ਅੰਦਰ ਗੁੱਪ ਹਨੇਰਾ ਰਹਿੰਦਾ ਹੈ। ਉਹ ਬੇਣੀ ਪ੍ਰਸਾਦ ਪੰਡਤ ਐਡਾ ਦਿਗਵਜਈ ਸੀ, ਜਿਹਨੂੰ ਹਰਾਉਂਦਾ ਸੀ ਨਾ ਉਹਦੀਆਂ ਪੋਥੀਆਂ ਖੋਹ ਲੈਂਦਾ ਸੀ, ਤੇ ਊਠਾਂ ਦੇ ਊਠ ਲੱਦੀ ਫਿਰਦਾ ਸੀ ਗ੍ਰੰਥਾਂ ਦੇ। ਤੇ ਇਹਨੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੀ ਮਹਿਮਾ ਸੁਣੀ। ਸਤਿਗੁਰੂ ਜੀ ਦੇ ਕੋਲ ਗੋਇੰਦਵਾਲ ਸਾਹਿਬ ਆਇਆ, ਕਹਿੰਦਾ ਮਹਾਰਾਜ ਚਰਚਾ ਕਰੋ। ਹਜੂਰ ਕਹਿੰਦੇ ਪੰਡਤ ਜੀ ਅਸੀਂ ਤਾਂ ਚਰਚਾ ਨਹੀਂ ਕਰਨ ਜਾਣਦੇ, ਅਸੀਂ ਤਾਂ ਵਾਹਿਗੁਰੂ ਦਾ ਭਜਨ ਹੀ ਕਰਦੇ ਹਾਂ। ਕਹਿਣ ਲੱਗਾ ਫਿਰ ਤੁਸੀਂ ਵੇਖੋ ਇਹ ਸਾਧੂਆਂ ਵਾਲਾ ਭੇਖ ਬਣਾਇਆ ਹੈ ਤੇ ਤੁਸੀਂ ਚਰਚਾ ਨਹੀਂ ਕਰਦੇ, ਮੇਰੇ ਨਾਲ ਚਰਚਾ ਕਰੋ। ਸਤਿਗੁਰਾਂ ਟਾਲਿਆ ਪਰ ਬੇਣੀ ਪ੍ਰਸਾਦ ਟਲਿਆ ਨਾ। ਮਹਾਰਾਜ ਕੋਲ ਕੋਈ ਸਾਧ ਸੰਗਤ ਜੀ ਵੇਖੋ ਕਿਹੜੀ ਬਿਰਤੀ ਲੈ ਕੇ ਵੀ ਆ ਜਾਵੇ। ਹੁਣ ਚੰਦਨ ਕੋਲ ਕੋਈ ਕਿਵੇਂ ਜਾਵੇ, ਚੰਦਨ ਤੇ ਠੰਡ ਹੀ ਦੇਣੀ ਹੈ ਨਾ। ਮਹਾਰਾਜ ਕੋਲ ਆਇਆ ਸਤਿਗੁਰੂ ਜੀ ਨੂੰ ਹਰਾਉਣ ਵਾਸਤੇ ਕਿ ਇਹਨਾਂ ਨੂੰ ਹਰਾ ਕੇ ਆਪ ਦਾ ਵੱਡਾ ਪ੍ਰਤਾਪ ਦਿਖਾਵਾਂਗਾ। ਮਹਾਰਾਜ ਜੀ ਕਹਿੰਦੇ ਅੱਛਾ ਪੰਡਤ ਜੀ ਸਾਡਾ ਤਾਂ ਮਨ ਨਹੀਂ, ਪਰ ਜੇ ਪੁੱਛ ਲਓ ਜੋ ਤੁਸੀਂ ਪੁੱਛਣਾ ਚਾਹੁੰਦੇ ਹੋ। ਪੰਡਤ ਬੇਣੀ ਪ੍ਰਸਾਦ ਨੇ ਜਿੰਨੀ ਵਿਦਿਆ ਆਪਣੀ ਸਾਰੀ ਜ਼ਿੰਦਗੀ 'ਚ ਪੜ੍ਹੀ ਸੀ, ਗੁਰੂ ਅਮਰਦਾਸ ਸਾਹਿਬ ਜੀ ਨੂੰ ਕਠਨ ਤੋਂ ਕਠਨ ਪ੍ਰਸ਼ਨ ਪੁੱਛੇ, ਹਜੂਰ ਨੇ ਸਹਿਜ ਹੀ ਉੱਤਰ ਦਿੱਤੇ। ਗਰੀਬ ਨਵਾਜ ਨੇ ਵੇਖ ਕੇ ਹੈਰਾਨ ਹੋਇਆ ਬੇਣੀ ਪ੍ਰਸਾਦ ਪੰਡਤ ਕਿ ਮਹਾਰਾਜ ਤਾਂ ਸਾਰੇ ਉੱਤਰ ਸਹਿਜੇ ਹੀ ਦੇਈ ਜਾਂਦੇ ਆ। ਜਦੋਂ ਸਤਿਗੁਰਾਂ ਨੇ ਪੁੱਛਿਆ ਤਾਂ ਬੇਣੀ ਪ੍ਰਸਾਦ ਨੂੰ ਫਿਰ ਉੱਤਰ ਨਾ ਆਇਆ, ਦੰਦਲ ਪੈ ਗਈ। ਮਹਾਰਾਜ ਸਾਹਿਬ ਜੀ ਦੇ ਅੱਗੇ ਆਪਣਾ ਜੰਝੂ ਲਾ ਕੇ ਰੱਖ ਦਿੱਤਾ ਬੇਣੀ ਪ੍ਰਸਾਦ ਨੇ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਪੰਡਤ ਜੀ ਪਰਮੇਸ਼ਰ ਦੀ ਬੰਦਗੀ ਕਰਨ ਨਾਲ ਗਿਆਨ ਹੁੰਦਾ ਹੈ। ਤੇ ਇਸ ਸਮੇਂ ਬੇਣੀ ਪ੍ਰਸਾਦ ਨੇ ਕਿਹਾ ਮਹਾਰਾਜ ਮੈਂ ਐਡਾ ਗਿਆਨ ਪ੍ਰਾਪਤ ਕੀਤਾ ਸੀਗਾ, ਇਹਦੇ ਨਾਲ ਮੇਰੇ ਅੰਦਰ ਦਾ ਹਨੇਰਾ ਨਹੀਂ ਦੂਰ ਹੋਇਆ। ਹਜੂਰ ਨੇ ਫਿਰ ਆਪਣੀ ਚਰਨ ਪੌਲ ਦਿੱਤੀ ਸੀ ਬੇਣੀ ਪ੍ਰਸਾਦ ਨੂੰ, ਵਾਹਿਗੁਰੂ ਮੰਤਰ ਦਿੱਤਾ, ਬੇਣੀ ਪ੍ਰਸਾਦ ਬ੍ਰਹਮ ਗਿਆਨੀ ਹੋਇਆ। ਹਜੂਰ ਦੀ ਹਜੂਰੀ ਵਿੱਚ ਉਹ ਬੇਣੀ ਪ੍ਰਸਾਦ ਕਥਾ ਵੀ ਕਰਦਾ ਰਿਹਾ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਆਪਣਾ ਗਿਆਨ ਦਿੰਦੇ ਆ ਨਾ, ਫਿਰ ਅਨੁਭਵ ਪ੍ਰਕਾਸ਼ ਹੁੰਦਾ ਹੈ ਅੰਦਰ। ਫਿਰ ਬਾਹਰਲਾ ਜਿਹੜਾ ਗਿਆਨ ਹੈ ਨਾ ਸਾਧ ਸੰਗਤ ਜੀ, ਇਸ ਦੇ ਗਿਆਨ ਦੇ ਨਾਲ ਦੇਖੋ
ਕਥਨ ਕਰਨਾ, ਬਾਹਰੀ ਗਿਆਨ ਵੀ ਪੜ੍ਹਨਾ ਚਾਹੀਦਾ ਹੈ, ਪਰ ਅੰਦਰ ਅਨੁਭਵੀ ਗਿਆਨ ਤੋਂ ਬਿਨਾਂ ਕਲਿਆਣ ਨਹੀਂ ਹੁੰਦੀ ਹੈ। ਤੇ ਉਹ ਗਿਆਨ ਗੁਰੂ ਸਾਹਿਬ ਤੋਂ ਪ੍ਰਾਪਤ ਹੁੰਦਾ ਹੈ। ਸਤਿਗੁਰੂ ਦੇ ਦਰ ਤੇ ਹਉਮੈ ਮਾਰ ਕੇ ਸ਼ਬਦ ਦੀ ਕਮਾਈ ਕਰਕੇ ਹੀ ਇਹ ਗਿਆਨ ਪ੍ਰਾਪਤ ਹੁੰਦਾ ਹੈ। ਤੇ ਜਿਹੜੇ ਸਾਧ ਸੰਗਤ ਜੀ ਇਸ ਪ੍ਰਕਾਰ ਕਈ ਪਖੰਡ ਵਿਖਾਉਂਦੇ ਆ, ਉਹ ਜਿਵੇਂ ਉਹ ਸਾਮਣ ਸਿੰਘ ਜੀ ਸੀਗਾ ਨਾ, ਉਹ ਜਿਹੜੇ ਸੀ ਰਾਧਾ ਸੁਆਮੀ ਹੈ, ਉਹਨਾਂ ਦਾ ਉਹ ਸਾਧ ਸੰਗਤ ਜੀ ਗੁਰੂ ਹੋਇਆ। ਤੇ ਉਹ ਕਿਹਾ ਕਰੇ ਕਿ ਮੈਨੂੰ ਨਾ 1000 ਸੂਰਜ ਦਾ ਪ੍ਰਕਾਸ਼ ਦਿਸਦਾ ਹੈ। ਕਹਿੰਦੇ ਸੂਰਜ ਮੈਨੂੰ ਐਂ ਦਿਸਦੇ ਆ ਜਿਵੇਂ ਖਜੂਰ ਨੂੰ ਖਜੂਰਾਂ ਨਹੀਂ ਲੱਗੀਆਂ ਹੁੰਦੀਆਂ, ਐ ਮੈਨੂੰ ਸੂਰਜ ਦਿਸਦੇ, ਅੰਦਰ ਮੇਰੇ ਇੰਨਾ ਪ੍ਰਕਾਸ਼ ਹੈ। ਤੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਉਹ ਹਮ ਜਮਾਤੀ ਸੀਗੇ ਉਦੋਂ ਪਹਿਲਾਂ, ਤੇ ਵੈਸੇ ਹੀ ਉਹ ਮਿਲਣ ਗਏ। ਤੇ ਉਹ ਇਉਂ ਜਦੋਂ ਭਰਮਾ ਰਿਹਾ ਸੀ ਤੇ ਭਾਈ ਸਾਹਿਬ ਨੇ ਕੀ ਕੀਤਾ, ਇਹ ਬਚਨ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਰਾਜ ਨੇ ਕਥਾ ਵਿੱਚ ਸੁਣਾਇਆ। ਕਹਿੰਦੇ ਭਾਈ ਸਾਹਿਬ ਜਦੋਂ ਜੇਲ੍ਹ ਤੋਂ ਆਏ ਸੀ ਉਹਨਾਂ ਨੇ ਬਚਨ ਦੱਸਿਆ ਸੀ, ਮਹਾਂਪੁਰਖਾਂ ਨੂੰ ਦੱਸਿਆ ਹੋਏਗਾ। ਕਹਿੰਦੇ ਜਦੋਂ ਉਹਦਾ ਸੇਵਕ ਆਇਆ ਨਾ, ਕਹਿਣ ਲੱਗਾ ਮਹਾਰਾਜ ਪ੍ਰਸ਼ਾਦਾ ਤਿਆਰ ਹੈ। ਭਾਈ ਸਾਹਿਬ ਕਹਿੰਦੇ ਪਹਿਲਾਂ ਤਾਂ ਉਹਦੀ ਘੜੀ ਚੱਕ ਕੇ ਅਸੀਂ ਖੀਸੇ 'ਚ ਪਾ ਲਈ, ਤੇ ਫਿਰ ਸੋਚਿਆ ਕਿ ਸਾਨੂੰ ਚੋਰੀ ਨਾ ਬਣਾਵੇ। ਤੇ ਕਹਿੰਦੇ ਅਸੀਂ ਉਹ ਜਿਹੜੀ ਘੜੀ ਸੀ ਨਾ ਉਹਦੀ ਚੁੱਕ ਕੇ ਸਿਰਾਣੇ ਥੱਲੇ ਰੱਖਤੀ। ਤੇ ਜਦੋਂ ਸੇਵਕ ਨੇ ਕਿਹਾ ਪ੍ਰਸ਼ਾਦਾ ਤਿਆਰ ਹੈ, ਕਹਿੰਦੇ ਘੜੀ ਕਿੱਥੇ ਆ ਮੇਰੀ, ਸਮਾਂ ਕੀ ਹੋਇਆ? ਤੇ ਭਾਈ ਸਾਹਿਬ ਕੋਲੋਂ ਕਹਿੰਦੇ ਮਹਾਰਾਜ ਜਿਹੜੇ 1000 ਸੂਰਜ ਅੰਦਰ ਚੜੇ ਆ, ਤਰਲੋਕੀ ਤੁਹਾਡੇ ਸਾਹਮਣੇ ਕਹਿੰਦੇ ਹੱਥ ਤੇ ਧਰੇ ਹੋਏ ਔਲੇ ਦੀ ਤਰ੍ਹਾਂ, ਘੜੀ ਤਰਲੋਕੀ 'ਚ ਹੀ ਹੈ, ਵੇਖ ਲਓ ਕਿੱਥੇ ਹੈ। ਉਹਨੂੰ ਸਿਰਾਣੇ ਦੇ ਥੱਲੇ ਪਈ ਹੋਈ ਘੜੀ ਦਾ ਪਤਾ ਨਹੀਂ, ਤੇ ਲੋਕਾਂ ਨੂੰ ਉਹ ਠੱਗੀਆਂ ਮਾਰਦੇ ਹੋਏ ਕਹਿੰਦੇ ਸਾਡੇ ਅੰਦਰ 1000 ਸੂਰਜਾਂ ਦਾ ਪ੍ਰਕਾਸ਼ ਹੈ। ਮਹਾਰਾਜ ਕਹਿੰਦੇ ਆਂਟ ਛੇਤੀ ਨਾਕ ਪਕੜੇ ਸੂਝ ਤੇ ਤਿੰਨ ਲੋ, ਮਗਰ ਪਾਛੈ ਕਛ ਨਾ ਸੂਝੈ ਇਹ ਪਦਮ ਆਲੋ। ਅੱਖੀਂ ਤਾਂ ਮੀਟਹਿ ਨਾਕ ਪਕੜੇ ਠੱਗਣ ਕੋ ਸੰਸਾਰ, ਅੱਖਾਂ ਮੀਟਦੇ ਆ ਝੂਠੀ ਮੁੱਠੀ ਤੇ ਮੱਥੇ ਟੇਕਦੇ ਆ ਪਰ ਠੱਗੀਆਂ ਮਾਰਨ ਲਈ। ਇਹ ਗਿਆਨ ਕੀ ਮੁਕਤ ਕਰ ਦੂਗਾ? ਇਸ ਗਿਆਨ ਨਾਲ ਮੁਕਤੀ ਨਹੀਂ ਹੁੰਦੀ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਉੱਥੇ ਵੀ ਕਾਂਸ਼ੀ ਵਿੱਚ ਪਾਂਡਿਆਂ ਨੂੰ ਕਿਹਾ ਸੀ ਪੜ੍ਹ ਪੁਸਤਕ ਸੰਧਿਆ ਬਾਦੰ। ਮਹਾਰਾਜ ਕਹਿੰਦੇ ਪੁਸਤਕਾਂ ਪੜ੍ਹਦੇ ਹੋ, ਸੰਧਿਆ ਕਰਦੇ ਹੋ 3 ਟਾਈਮ, ਪਰ ਬਾਦੰਗ ਝਗੜੇ ਹੀ ਕਰੀ ਜਾਂਦੇ ਹੋ। ਮਹਾਰਾਜ ਕਹਿੰਦੇ ਹਾਲਤ ਤੁਹਾਡੀ ਕੀ ਹੈ? ਇਸ ਗਿਆਨ ਦੇ ਨਾਲ ਮੁਕਤੀ ਨਹੀਂ ਹੋਵੇਗੀ। ਤਾਂ ਹਜੂਰ ਫਰਮਾਉਂਦੇ ਹਨ ਜੇ 100 ਚੰਦਾ ਉਗਵਹੇ, ਜੇ ਭਾਵੇਂ 100 ਚੰਦਰਮਾ ਚੜ ਜਾਵੇ, ਭਾਵ ਹਜ਼ਾਰਾਂ ਹੀ ਪੁਸਤਕਾਂ ਦਾ ਗ੍ਰੰਥਾਂ ਦਾ ਗਿਆਨ ਹੋ ਜਾਵੇ। ਸੂਰਜ ਚੜ੍ਹੇ 1000, ਸੂਰਜ ਵੱਤ ਮਹਾਰਾਜ ਕਹਿੰਦੇ ਭਾਵੇਂ ਸਾਰੇ ਹੀ ਗ੍ਰੰਥ ਪੜ੍ਹ ਲਵੇ, ਹਜ਼ਾਰਾਂ ਸਿਆਣਪਾਂ ਕੋਲ ਆ ਜਾਣ। ਇਤੇ ਚਾਨਣ ਹੁੰਦਿਆਂ, ਇੰਨਾ ਚਾਨਣ ਹੁੰਦਿਆਂ ਹੋਇਆਂ ਵੀ, ਇੰਨਾ ਪ੍ਰਕਾਸ਼ ਦੇ ਹੁੰਦਿਆਂ ਹੋਇਆਂ ਵੀ, ਇੰਨਾ ਗਿਆਨ ਜਿਸ ਨੂੰ ਹੋਵੇ। ਗੁਰ ਬਿਨ ਘੋਰ ਅੰਧਾਰ, ਗੁਰੂ ਤੋਂ ਬਿਨਾ ਘੋਰ ਹਨੇਰਾ ਹੈ। ਅਗਿਆਨਤਾ ਦਾ ਹਨੇਰਾ ਨਾਸ਼ ਨਹੀਂ ਹੁੰਦਾ ਜਿੰਨਾ ਚਿਰ ਗੁਰ ਸ਼ਬਦ ਦੀ ਕਮਾਈ ਨਾ ਕਰੇ। ਸਾਧ ਸੰਗਤ ਜੀ ਇਸੇ ਕਰਕੇ ਵੇਖ ਲਓ, ਪੜ੍ਹਿਆ ਵਿਦਵਾਨ ਤਾਂ ਬਣ ਜਾਵੇਗਾ ਦੁਨੀਆ ਨੂੰ ਵਿਖਾਉਣ ਲਈ, ਪਰ ਅੰਦਰ ਵਿਕਾਰਾਂ ਤੋਂ ਸ਼ਾਂਤੀ ਨਹੀਂ ਆਉਂਦੀ ਹੈ। ਉਹ ਤਾਂ ਫਿਰ ਸਤਿਗੁਰੂ ਜੀ ਦੇ ਸ਼ਬਦ ਦੀ ਕਮਾਈ ਨਾਲ ਹੀ ਆਉਂਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਜੇ 100 ਚੰਦਾ ਉਗਵਹੇ। ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਇੰਨਾ ਜ਼ਿਆਦਾ ਚੰਦਰਮਾ ਵੱਤ ਭਾਵੇਂ ਪ੍ਰਕਾਸ਼ ਹੋ ਜਾਵੇ, ਸੋਝੀ ਵੀ ਪੈ ਜਾਵੇ, 10ਵੇਂ ਦਵਾਰ ਵਿਸ਼ਵਾਸ ਵੀ ਚੜਾਉਣ ਭਾਵੇਂ ਲੱਗ ਪਵੇ, ਕਿਉਂਕਿ ਕਈ ਸਾਧਨਾ ਜੋਗੀਆਂ ਦੀ ਤਰ੍ਹਾਂ ਕਰਕੇ ਕਰਨ ਲੱਗ ਜਾਂਦੇ ਆ। ਸੂਰਜ ਚੜ੍ਹੇ 1000, ਤੇ ਪ੍ਰਾਣਾਯਾਮ ਕਰਕੇ ਜਿਹੜਾ ਹੈ ਨਾ ਉਹ ਅੰਦਰ ਪ੍ਰਕਾਸ਼ ਨੂੰ ਵੇਖ ਲਵੇ। ਕਈ ਕਹਿੰਦੇ ਉਹ ਲਾਲ ਰੰਗ ਦਾ ਪ੍ਰਕਾਸ਼ ਹੈ, ਹਜ਼ਾਰਾਂ ਸੂਰਜਾਂ ਵਰਗਾ। ਇਤੇ ਚਾਨਣ ਹੁੰਦਿਆਂ, ਇੰਨਾ ਜ਼ਿਆਦਾ ਚਾਨਣ ਹੁੰਦਿਆਂ ਹੋਇਆਂ ਵੀ 10ਵੇਂ ਦਵਾਰ ਵਿੱਚ ਸੁਰਤ ਚੜ੍ਹਦੀ ਵੀ ਹੋਵੇ, ਮਹਾਰਾਜ ਕਹਿੰਦੇ ਇੰਨੇ ਪ੍ਰਕਾਸ਼ ਦੇ ਹੁੰਦਿਆਂ ਹੋਇਆਂ ਵੀ। ਗੁਰ ਬਿਨ ਘੋਰ ਅੰਧਾਰ, ਗੁਰੂ ਤੋਂ ਬਿਨਾ ਘੁੱਪ ਹਨੇਰਾ ਹੈ। ਗਿਆਨ ਦਾ ਪ੍ਰਕਾਸ਼ ਜਿਹੜਾ ਅਨੁਭਵੀ ਗਿਆਨ ਹੈ ਉਹਨੂੰ ਨਹੀਂ ਹੁੰਦਾ। ਸੰਤੋਖਾ ਸਾਧ ਗੁਰੂ ਅਰਜਨ ਸਾਹਿਬ ਦੇ ਸਾਹਮਣੇ ਹੱਥ ਜੋੜ ਕਰਕੇ ਪ੍ਰਸ਼ਨ ਪੁੱਛਦਾ ਹੋਇਆ ਸ਼ਾਂਤ ਹੋਇਆ ਸੀ। ਸਤਿਗੁਰੂ ਜੀ ਨੂੰ ਸਿੱਖ ਕਹਿੰਦੇ ਮਹਾਰਾਜ ਅਸੀਂ ਵੀ ਪੁੱਛ ਲਈਏ ਕੁਝ? ਮਹਾਰਾਜ ਕਹਿੰਦੇ ਪੁੱਛ ਲਓ। ਬਾਬਾ ਬੁੱਢਾ ਸਾਹਿਬ ਨੇ ਕਿਹਾ ਕਿ ਵਿਕਾਰਾਂ ਤੋਂ ਕੀ ਹਾਲਤ ਹੈ ਜੋਗੀ ਰਾਜ? ਕਹਿੰਦੇ ਜਦੋਂ ਤਾਂ ਸਮਾਧੀ 'ਚ ਰਹਿਣਾ ਸਾ ਉਦੋਂ ਤਾਂ ਨਹੀਂ, ਪਰ ਜਦੋਂ ਸਮਾਧੀ ਤੋਂ ਉਲਟ ਹੁੰਦੀ ਸੀ ਬਿਰਤੀ
ਉਸੇ ਸਮੇਂ ਵਕਾਰ ਫੁਰ ਪੈਂਦੇ ਸੀਗੇ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਵੇਖ ਲਓ ਸਿੱਖੋ, ਹੱਡੀਆਂ ਦੀ ਮੁੱਠ ਰਹਿ ਗਈ ਹੈ, ਵਕਾਰ ਤਾਂ ਵੀ ਨਹੀਂ ਛੱਡਦੇ ਸੀਗੇ। ਕਿਉਂਕਿ ਮਹਾਰਾਜ ਕਿਹਾ ਵੀ ਨਿਮਖ ਨਿਮਖ ਕਰ ਸਰੀਰ ਕਟਾਵੈ, ਤਉ ਵੀ ਹਉਮੈ ਮੈਲ ਨਾ ਜਾਵੈ। ਗੁਰੂ ਜੀ ਦੇ ਗਿਆਨ ਤੋਂ ਬਿਨਾਂ ਹਉਮੈ ਦੀ ਮੈਲ ਨਹੀਂ ਜਾਂਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹ ਗਿਆਨ ਜਿਹੜਾ ਨਾ ਗੁਰੂ ਤੋਂ ਬਿਨਾਂ ਨਹੀਂ ਹੁੰਦਾ, ਹਿਰਦੇ ਵਿੱਚ ਪ੍ਰਕਾਸ਼ ਨਹੀਂ ਹੁੰਦਾ। ਉਹ ਭਰਥਰੀ ਨੇ ਸ਼ਰਾਬ ਲਿਆ, ਭੇਟ ਕੀਤੀ ਗੁਰੂ ਨਾਨਕ ਸਾਹਿਬ ਨੂੰ। ਕਹਿੰਦੇ ਮਹਾਰਾਜ ਕਹਿੰਦੇ ਵੀ ਇਹ ਕੀ? ਕਹਿੰਦਾ ਮਹਾਰਾਜ ਪਹਿਲੇ ਤੋੜ ਦੀ ਕੱਢੀ ਹੈ, ਪੀਵੋ ਬਿਰਤੀ ਬੜੀ ਲੱਗਦੀ ਹੈ। ਸੱਚੇ ਪਾਤਸ਼ਾਹ ਹੱਸ ਪਏ। ਮਹਾਰਾਜ ਕਹਿੰਦੇ ਭਰਥਰੀ ਅਸੀਂ ਸ਼ਰਾਬ ਅਸੀਂ ਵੀ ਕੱਢਦੇ ਹਾਂ, ਪਰ ਸਾਡਾ ਤਰੀਕਾ ਵੱਖਰਾ ਥੋੜਾ ਜਿਹਾ। ਮਹਾਰਾਜ ਦੱਸੋ। ਫਿਰ ਸਤਿਗੁਰੂ ਜੀ ਨੇ ਆਸਾ ਰਾਗ ਵਿੱਚ ਹੀ ਉਹ ਪਿੱਛੇ ਸ਼ਬਦ ਲੰਘਿਆ। ਮਹਾਰਾਜ ਨੇ ਭਰਥਰੀ ਨੂੰ ਉਪਦੇਸ਼ ਦਿੱਤਾ ਸੀ ਕਿ ਕਿਹੋ ਜੀ ਅਸੀਂ ਨਾਮ ਦੀ ਖੁਮਾਰੀ ਦੀ ਸ਼ਰਾਬ ਕੱਢਦੇ ਹਾਂ, ਤੇ ਇਹ ਜਦੋਂ ਅਸੀਂ ਪੀਨੇ ਹਾਂ ਤੇ ਮਹਾਰਾਜ ਕਹਿੰਦੇ ਫਿਰ ਸਾਡਾ ਮਨ ਮਤਵਾਲਾ ਹੋ ਜਾਂਦਾ ਹੈ, ਮਸਤੀ ਚੜ ਜਾਂਦੀ ਹੈ, ਤੇ ਇਹ ਫਿਰ ਕਦੇ ਉਤਰਦੀ ਨਹੀਂ ਨਾਮ ਦੀ ਖੁਮਾਰੀ। ਸਤਿਗੁਰੂ ਜੀ ਉਹ ਸ਼ਰਾਬ ਭਰਥਰੀ ਨੂੰ ਦੱਸੀ ਸੀ। ਗਰੀਬ ਨਵਾਜ ਤੋਂ ਬਿਨਾਂ ਗਿਆਨ ਦਾ ਪ੍ਰਕਾਸ਼ ਨਹੀਂ ਹੁੰਦਾ ਹੈ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਫਰਮਾਉਂਦੇ ਆ, ਨਾਨਕ ਗੁਰੂ ਨ ਚੇਤਨੀ। ਮਹਾਰਾਜ ਕਹਿੰਦੇ ਭਾਈ ਜਿਹੜੇ ਗੁਰੂ ਜੀ ਦਾ ਦਿੱਤਾ ਹੋਇਆ ਮੰਤਰ ਨਹੀਂ ਚੇਤੇ ਕਰਦੇ। ਕਹਿੰਦੇ ਕੀ ਹੋਣਾ ਇਸ ਦੇ ਨਾਲ? ਥੋੜਾ ਤੋਤਾ ਰਟਨ ਹੈ, ਬਾਰ-ਬਾਰ ਕੀ ਵਾਹਿਗੁਰੂ ਵਾਹਿਗੁਰੂ ਕਰੋ। ਜਿਹੜੇ ਆਪਣੇ ਗੁਰੂ ਜੀ ਨੂੰ ਚੇਤੇ ਨਹੀਂ ਕਰਦੇ, ਸੱਚੇ ਪਾਤਸ਼ਾਹ ਦੀਆਂ ਦਿੱਤੀਆਂ ਕੁਰਬਾਨੀਆਂ ਨੂੰ ਚੇਤੇ ਨਹੀਂ ਕਰਦੇ। ਕਈ ਵੇਖ ਲਓ ਤਖਤ ਸਾਹਿਬ ਤੇ ਵੀ ਆਉਂਦੇ ਤੇ ਪਿਕਨਿਕ ਮਨਾ ਕੇ ਤੁਰ ਜਾਂਦੇ ਆ, ਬਾਹਰੋਂ ਖਾ ਪੀ ਕੇ ਖਿਡੌਣੇ ਚਾਰ ਲੈ ਕੇ ਤੇ ਇੱਧਰ ਉੱਧਰ ਮੇਲਾ ਗੇਲਾ ਵੇਖਿਆ ਤੇ ਚੱਲ ਫਿਰ ਟਰੇਨੇ ਚੜ ਗਏ। ਗੁਰੂ ਸਾਹਿਬ ਜੀ ਦਾ ਉਪਦੇਸ਼ ਨਹੀਂ ਸੁਣਿਆ, ਕਥਾ ਕੀਰਤਨ ਸੁਣ ਕੇ ਤਖਤ ਸਾਹਿਬ ਤੇ ਸੰਗਤ ਨਹੀਂ ਕੀਤੀ। ਮਹਾਰਾਜ ਕਹਿੰਦੇ ਭਾਈ ਨਾਨਕ ਗੁਰੂ ਨਾ ਚੇਤਨੀ। ਜਿਹੜੇ ਸਤਿਗੁਰੂ ਜੀ ਕਹਿੰਦੇ ਆਪਣੇ ਗੁਰੂ ਸਾਹਿਬ ਦਾ ਚੇਤਾ ਨਹੀਂ ਕਰਦੇ, ਗੁਰੂ ਜੀ ਦੇ ਦਿੱਤੇ ਮੰਤਰ ਨੂੰ ਨਹੀਂ ਜਪਦੇ। ਮਨ ਆਪਣਾ ਸੁਚੇਤ। ਤੇ ਆਪਣੇ ਮਨ ਦੇ ਅੰਦਰ ਸੁਚੇਤ ਸਾਵਧਾਨ ਬਣੇ ਹੋਏ ਆ ਕਿ ਸਾਨੂੰ ਤਾਂ ਬੜਾ ਗਿਆਨ ਹੈ, ਸਭ ਕੁਝ ਪਤਾ ਹੈ। ਕਥਾ ਵਿੱਚ ਜੇ ਕੋਈ ਕਹੇ ਨਾ ਵੀ ਆਹ ਗੱਲ ਸੁਣੀ ਸੀ, ਉਹ ਕਹਿੰਦਾ ਲੈ ਮੈਨੂੰ ਪਹਿਲਾਂ ਪਤਾ, ਤੂੰ ਕੀ ਦੱਸਦਾ? ਇਉਂ ਪਹਿਲਾਂ ਹੀ ਬ੍ਰਹਮ ਗਿਆਨੀ ਬਣੇ ਬੈਠੇ ਹੁੰਦੇ ਆ। ਆਪਣੇ ਮਨ ਵਿੱਚ ਜਿਹੜੇ ਕਹਿੰਦੇ ਅਸੀਂ ਬੜੇ ਸਾਵਧਾਨ ਹਾਂ, ਸਾਨੂੰ ਬੜਾ ਪਤਾ ਹੈ, ਬੜਾ ਗਿਆਨ ਹੈ। ਛੁੱਟੇ ਤਿਲ ਬੁਹਾੜ ਜਿਉ। ਮਹਾਰਾਜ ਕਹਿੰਦੇ ਉਹਨਾਂ ਦੀ ਹਾਲਤ ਇਹ ਹੁੰਦੀ ਹੈ ਛੁੱਟੇ ਤਿਲ ਬੁਆੜ ਜਿਉ। ਤਿਲ ਦਾ ਬੁਆੜ ਜਿਹੜਾ ਬੂਟਾ ਹੁੰਦਾ ਨਾ ਸਾਧ ਸੰਗਤ ਜੀ, ਉਹ ਛੁੱਟ ਜਾਂਦਾ ਹੈ ਇਕੱਲਾ ਹੀ ਖੇਤ ਦੇ ਅੰਦਰ। ਕਿਉਂ ਛੁੱਟਦਾ? ਤਿਲ ਦੇ ਬੂਟਿਆਂ ਨੂੰ ਤੋੜ ਲੈਂਦੇ ਆ ਕਿਸਾਨ, ਪਰ ਜਿਸ ਤਿਲ ਦੇ ਬੂਟੇ ਦੇ ਅੰਦਰ ਸਾਧ ਸੰਗਤ ਜੀ ਉਹਦੀਆਂ ਫਲੀਆਂ ਹੁੰਦੀਆਂ, ਪਰ ਜਿਸ ਦੀਆਂ ਫਲੀਆਂ ਵਿੱਚ ਸਵਾਹ ਭਰੀ ਹੋਵੇ ਨਾ, ਉਹਨੂੰ ਕਿਸਾਨ ਉੱਥੇ ਹੀ ਛੱਡ ਦਿੰਦੇ, ਉਹਨੂੰ ਨਹੀਂ ਵੱਢਦੇ। ਤੇ ਮਹਾਰਾਜ ਕਹਿੰਦੇ ਭਾਈ ਉਸ ਤਿਲ ਦੇ ਬੁਆੜ ਬੂਟੇ ਦੀ ਤਰ੍ਹਾਂ ਉਹ ਜੀਵ ਉੱਥੇ, ਮਹਾਰਾਜ ਕਹਿੰਦੇ ਭਾਈ ਇਸ ਸੰਸਾਰ ਦੇ ਅੰਦਰ ਇਸ ਤਰ੍ਹਾਂ ਹੀ ਫਿਰ ਛੁੱਟ ਜਾਂਦੇ ਆ। ਸੁੰਨੇ ਅੰਦਰ ਖੇਤ। ਇਸ ਸੰਸਾਰ ਰੂਪੀ ਖੇਤ ਦੇ ਅੰਦਰ ਸੁੰਨੇ ਇਕੱਲੇ ਹੀ ਰਹਿ ਜਾਂਦੇ, ਜਿਵੇਂ ਉਹ ਤਿਲ ਦਾ ਬੂਟਾ ਰਹਿ ਜਾਂਦਾ ਹੈ। ਖੇਤ ਅੰਦਰ ਛੁੱਟਿਆ। ਮਹਾਰਾਜ ਉਹ ਹਰਿਆ ਤਾਂ ਦਿਸਦਾ ਹੈ। ਸਤਿਗੁਰੂ ਜੀ ਕਹਿੰਦੇ ਭਾਈ ਖੇਤ ਦੇ ਅੰਦਰ ਉਹ ਛੁੱਟ ਜਾਂਦਾ, ਰਹਿ ਤਾਂ ਜਾਂਦਾ ਹੈ ਇਕੱਲਾ ਹੀ। ਕਹੋ ਨਾਨਕ ਸੋ ਨਾਹ। ਪਰ ਉਹਦਾ ਕੋਈ ਸੌ ਮਾਲਕ ਨਾਹ ਦਾ ਅਰਥ ਇੱਥੇ ਹੈ ਨਹੀਂ। ਉਸ ਤਰ੍ਹਾਂ ਨਾਹ ਦਾ ਅਰਥ ਪਤੀ ਹੁੰਦਾ, ਪਰ ਇੱਥੇ 100 ਸ਼ਬਦ ਆਇਆ ਨਾ ਨਾਲ, 100 ਦਾ ਅਰਥ ਹੈ ਮਾਲਕ। ਮਹਾਰਾਜ ਕਹਿੰਦੇ ਭਾਈ ਉਹਦਾ ਕੋਈ ਮਾਲਕ ਨਹੀਂ ਹੁੰਦਾ। ਜਿਨ੍ਹਾਂ ਦੀਆਂ ਫਲੀਆਂ ਵਿੱਚ ਤਿਲ ਹੁੰਦੇ ਆ ਉਹ ਤਾਂ ਤੋੜ ਕੇ ਲੈ ਜਾਂਦੇ ਆ, ਤੇ ਜਿਹਦੀਆਂ ਫਲੀਆਂ 'ਚ ਸਵਾਹ ਭਰੀ ਹੁੰਦੀ ਉਹਦਾ ਕੋਈ ਮਾਲਕ ਵਾਲੀ ਵਾਰਸ ਨਹੀਂ ਰਹਿੰਦਾ। ਫਲੀਆ ਹੈ ਫੁੱਲੀਆ ਹੈ ਬਪੜੇ। ਮਹਾਰਾਜ ਉਹ ਦਿਸਦਾ ਤਾਂ ਹਰਿਆ। ਸਤਿਗੁਰੂ ਜੀ ਕਹਿੰਦੇ ਭਾਈ ਜੇ ਫਲਦਾ ਹੈ ਜਾਂ ਫੁੱਲਦਾ ਹੈ ਵਿਚਾਰਾ ਬੱਪੜਾ। ਧੀ ਤਨ ਵਿੱਚ ਸਵਾਹਾ। ਪਰ ਉਹਦੇ ਤਨ ਦੇ ਅੰਦਰ ਉਹਦੀਆਂ ਫਲੀਆਂ ਵਿੱਚ ਤਾਂ ਸਵਾਹ ਹੀ ਭਰੀ ਹੋਈ ਹੈ ਨਾ। ਸਤਿਗੁਰੂ ਜੀ ਕਹਿੰਦੇ ਭਾਈ ਵਿੱਚ ਤਾਂ ਉਹਦੇ ਸਵਾਹ ਹੀ ਭਰੀ ਹੈ, ਸਵਾਹ ਦੇ ਵਿੱਚ ਹੀ ਫਲਦਾ ਫੁੱਲਦਾ ਹੈ। ਪੌੜੀ। ਇਹ ਫਿਰ ਪੜੋ ਸ਼ਲੋਕ ਦੁਬਾਰਾ। ਨਾਨਕ ਗੁਰੂ ਨ ਚੇਤਨੀ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਜਿਹੜੇ ਆਪਣੇ ਗੁਰੂ ਜੀ ਦਾ ਚੇਤਾ ਨਹੀਂ ਕਰਦੇ, ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਨਹੀਂ ਜਪਦੇ, ਪੰਜ ਬਾਣੀਆਂ ਨਹੀਂ ਪੜ੍ਹਦੇ, ਕਹਿੰਦੇ ਕੀ ਹੋਣ ਲੱਗਾ ਹੈ? ਜਪਜੀ ਸਾਹਿਬ ਦੇ ਨਹੀਂ ਪੜਾਂਗੇ ਤੇ ਕੀ ਹੋ ਜਾਊਗਾ? ਸਤਿਗੁਰੂ ਜੀ ਕਹਿੰਦੇ ਭਾਈ ਜਿਹੜੇ ਆਪਣੇ ਗੁਰੂ ਜੀ ਨੂੰ ਪਿਆਰ ਨਾਲ ਚੇਤੇ ਨਹੀਂ ਕਰਦੇ, ਬਾਜਾਂ ਵਾਲੇ ਸਤਿਗੁਰਾਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ, ਸਭ ਕੁਝ ਹੀ ਆਪਣਾ ਲੁਟਾਤਾ,
ਐਸੇ ਦਾਤਾ ਸਤਿਗੁਰੂ ਨੂੰ ਫਿਰ ਵੀ ਜੇ ਸਿੱਖ ਚੇਤੇ ਨਾ ਕਰੇ ਤਾਂ ਅਕਿਰਤ ਕਰਨੀ ਹੈ। ਮਹਾਰਾਜ ਕਹਿੰਦੇ ਜਿਹੜੇ ਭਾਈ ਆਪਣੇ ਗੁਰੂ ਜੀ ਨੂੰ ਚੇਤੇ ਨਹੀਂ ਕਰਦੇ ਮਨ ਆਪਣਾ ਸੁਚੇਤ ਤੇ ਆਪਣੇ ਮਨ ਦੇ ਅੰਦਰ ਸੁਚੇਤ ਕੀ ਬੜੇ ਗਿਆਨਵਾਨ ਨੇ। ਕਹਿੰਦੇ ਸਾਨੂੰ ਤਾਂ ਸਭ ਪਤਾ ਹੈ, ਬੜੇ ਅਸੀਂ ਵੇਦ ਸ਼ਾਸਤਰ ਪੜ੍ਹੇ ਐ, ਅਸੀਂ ਕਥਾ ਕਰਨ ਜਾਣਦੇ ਆਂ, ਬੜਾ ਸਾਨੂੰ ਪਤਾ ਸਭ ਸੋਝੀ ਐ। ਇੰਨੇ ਚਿਰ ਦੀ ਅਸੀਂ ਸੰਗਤ ਕਰਦੇ ਆਂ, ਵੀ ਇਹ ਸੰਗਤ ਕਰਦੇ ਇੰਨੇ ਚਿਰ ਦੀ ਤੇ ਹੰਕਾਰ ਮਰਿਆ ਹੀ ਨਹੀਂ। ਸੰਗਤ ਦਾ ਤਾਂ ਫਿਰ ਗੁਣ ਇਹ ਨਾ ਕਿ ਅੰਦਰੋਂ ਹੰਕਾਰ ਮਰ ਜਾਂਦਾ। ਮਿਟੈ ਮੋਹ ਤਨ ਤਾਪ ਗੁਰ ਲਾਗਾ ਤਬ ਜਾਨੀਐ, ਮਿਟੈ ਮੋਹ ਤਨ ਤਾਪ। ਮਨ ਦੇ ਅੰਦਰੋਂ ਮੋਹ ਮਿਟ ਜਾਂਦਾ, ਤਨ ਦੇ ਅੰਦਰੋਂ ਹਉਮੈ ਦਾ ਤਾਪ ਮਿਟ ਜਾਂਦਾ। ਤੂੰ ਕੀ ਸੰਗਤ ਕੀਤੀ ਹੈ, ਤੈਨੂੰ ਕੋਈ ਉਪਦੇਸ਼ ਨਹੀਂ ਲੱਗਾ, ਐਵੇਂ ਝੂਠ ਮਾਰਦਾ। ਮਹਾਰਾਜ ਕਹਿੰਦੇ ਭਾਈ ਜਿਹੜੇ ਗੁਰੂ ਜੀ ਦਾ ਦਿੱਤਾ ਹੋਇਆ ਨਾਮ ਨਹੀਂ ਚੇਤੇ ਕਰਦੇ, ਗੁਰੂ ਸਾਹਿਬ ਨੂੰ ਚੇਤੇ ਨਹੀਂ ਕਰਦੇ, ਆਪਣੇ ਮਨ ਵਿੱਚ ਸਾਵਧਾਨ ਬਣੇ ਬੈਠੇ ਐ ਕਿ ਅਸੀਂ ਤਾਂ ਬੜਾ ਜ਼ਿਆਦਾ ਉਹ ਵਿਕਾਰਾਂ ਦਾ ਵੀ ਬੜਾ ਵਿਸਥਾਰ ਕਰ ਲੈਂਦੇ ਐ। ਕਾਮ ਇਸ ਤਰ੍ਹਾਂ ਹੈ, ਕ੍ਰੋਧ ਇਸ ਤਰ੍ਹਾਂ ਹੈ, ਬੜਾ ਜ਼ਿਆਦਾ ਕਹਿੰਦੇ ਅਸੀਂ ਤਾਂ ਸਾਵਧਾਨ ਹੈ, ਅੰਦਰੋਂ ਬਚੇ ਹੋਏ ਹਾਂ। ਛੁੱਟੇ ਤਿਲ ਬੁਆੜ ਜਿਉ ਪਰ ਮਹਾਰਾਜ ਕਹਿੰਦੇ ਭਾਈ ਉਹ ਲੁੱਟੇ ਹੋਏ ਐ, ਬਚੇ ਹੋਏ ਨਹੀਂ ਹੈ ਵਿਕਾਰਾਂ ਤੋਂ। ਉਹ ਇਸ ਤਰ੍ਹਾਂ ਦੀ ਹਾਲਤ ਹੈ, ਮਹਾਰਾਜ ਕਹਿੰਦੇ ਛੁੱਟੇ ਤਿਲ ਬਵਾੜ ਜਿਉ। ਉਸ ਤਿਲ ਦੇ ਬਵਾੜ ਬੂਟੇ ਦੀ ਤਰ੍ਹਾਂ ਇਹ ਸੰਸਾਰ ਰੂਪੀ ਖੇਤ ਦੇ ਅੰਦਰ ਛੁੱਟ ਜਾਂਦੇ ਆ। ਹੰਕਾਰੀ ਦਾ ਕੌਣ ਮਿੱਤਰ ਰਹਿੰਦਾ ਹੈ, ਉਹ ਆਪਣੇ ਮਿੱਤਰਾਂ ਨੂੰ ਵੀ ਦੁਸ਼ਮਣ ਬਣਾ ਲੈਂਦਾ ਹੈ। ਤੇ ਸਾਧ ਸੰਗਤ ਜੀ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਉਹ ਸੰਸਾਰ ਦੇ ਅੰਦਰ ਇਕੱਲੇ ਹੀ ਵਿਕਾਰੀ ਛੁੱਟ ਜਾਂਦੇ ਆ। ਸੁਨੇ ਅੰਦਰ ਖੇਤ ਇਹ ਸੁੰਨਿਆ ਖੇਤ ਆ ਉਹਨਾਂ ਲਈ, ਜਿਹਦਾ ਸਾਧ ਸੰਗਤ ਜੀ ਕੋਈ ਨਹੀਂ, ਜਿਹਨੂੰ ਭਾਸਦਾ ਨਾ ਅੰਤ ਦੇ ਵੇਲੇ ਫਿਰ ਸੁੰਨਿਆ ਸੁੰਨਿਆ ਹੀ ਲੱਗਦਾ ਸੰਸਾਰ। ਹੁਣ ਤਾਂ ਉਹਨੂੰ ਭਰਿਆ ਭਰਿਆ ਲੱਗਦਾ। ਮਹਾਰਾਜ ਕਹਿੰਦੇ ਭਾਈ ਇਹ ਸੁੰਨਿਆ ਹੋ ਜਾਂਦਾ, ਉਹਦੇ ਲਈ ਕੋਈ ਜਦੋਂ ਉਹਦੀ ਮਦਦ ਹੀ ਨਹੀਂ ਕਰਦਾ ਹੈ। ਖੇਤਾ ਅੰਦਰ ਛੁੱਟਿਆ ਮਹਾਰਾਜ ਕਹਿੰਦੇ ਸੰਸਾਰ ਰੂਪੀ ਖੇਤ ਦੇ ਅੰਦਰ ਉਹ ਫਿਰ ਛੁੱਟ ਜਾਂਦੇ ਆ, ਇਕੱਲੇ ਹੀ ਰਹਿ ਜਾਂਦੇ ਆ। ਕਈ ਇਹੋ ਜਿਹੇ ਵਿਕਾਰੀ ਹੁੰਦੇ, ਉਹਨਾਂ ਨੂੰ ਪਰਿਵਾਰ ਵੀ ਛੱਡ ਦਿੰਦਾ ਹੈ ਵੀ ਤੇਰੀ ਤਾਂ ਮੱਤ ਹੀ ਮਾਰੀ ਗਈ, ਅਸੀਂ ਕੀ ਕਰੀਏ ਹੁਣ ਤੇਰਾ ਇਲਾਜ। ਇਸ ਤਰ੍ਹਾਂ ਦੀਆਂ ਸਾਧ ਸੰਗਤ ਜੀ ਭੈੜੀਆਂ ਬਿਰਤੀਆਂ ਮਨੁੱਖ ਦੇ ਅੰਦਰ, ਤੇ ਆਪਣੇ ਆਪ 'ਚੋਂ ਲੋਕਾਂ ਨੂੰ ਸਿੱਖਿਆ ਦਿੰਦੇ ਫਿਰਦੇ ਆ। ਘਰ ਉਜੜਿਆ ਪਿਆ ਹੈ, ਘਰ ਸੰਭਾਲਿਆ ਨਹੀਂ ਗਿਆ, ਤੇ ਬਾਹਰ ਸਿੱਖਿਆ ਦਿੰਦੇ ਫਿਰਦੇ ਆ ਵੀ ਗੁਰਮਤ ਇਹ ਹੈ। ਦੱਸੋ ਗੁਰਮਤ ਦੀ ਸਿੱਖਿਆ ਨੂੰ ਤੂੰ ਭਾਈ ਆਪ ਤਾਂ ਪਹਿਲਾਂ ਕਮਾ। ਅਵਰੈ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਰਾਸ ਬਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਮਹਾਰਾਜ ਕਹਿੰਦੇ ਭਾਈ ਉਹ ਇਕੱਲੇ ਹੀ ਰਹਿ ਜਾਂਦੇ ਸੰਸਾਰ ਰੂਪੀ ਖੇਤ ਦੇ ਅੰਦਰ। ਕਹੋ ਨਾਨਕ ਸੋ ਨਾਹ ਮਹਾਰਾਜ ਕਹਿੰਦੇ ਉਹਨਾਂ ਦਾ ਕੋਈ ਮਾਲਕ ਨਹੀਂ ਹੁੰਦਾ। ਮਾਲਕ ਤਾਂ ਸਾਡੇ ਗੁਰੂ ਮਹਾਰਾਜ ਹੈ ਨਾ, ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ। ਜਦੋਂ ਸਤਿਗੁਰੂ ਦਾ ਅੰਮ੍ਰਿਤ ਹੀ ਨਹੀਂ ਛਕਿਆ, ਪੰਜ ਬਾਣੀਆਂ ਨਹੀਂ ਪੜ੍ਹਦਾ, ਰਹਿਰਾਸ ਸਾਹਿਬ ਨਹੀਂ ਕਰਦਾ, ਕੀਰਤਨ ਸੋਹਿਲਾ ਨਹੀਂ ਪੜ੍ਹਦਾ, ਤੇ ਮਹਾਰਾਜ ਕਹਿੰਦੇ ਹੁਣ ਮੈਂ ਤੇਰਾ ਕੀ ਕਰਾਂ ਜਦੋਂ ਤੂੰ ਮੇਰਾ ਪੁੱਤ ਹੀ ਨਹੀਂ ਬਣ ਕੇ ਰਿਹਾ। ਫਿਰ ਉਸ ਵਿਕਾਰੀ ਦਾ ਮਹਾਰਾਜ ਕਹਿੰਦੇ ਭਾਈ ਕੋਈ ਵੀ 100 ਮਾਲਕ ਨਾਹ ਨਹੀਂ ਹੁੰਦਾ ਹੈ। ਫਲੀਆ ਹੈ ਫੁਲੀਆ ਹੈ ਬਪੜੇ। ਪਰ ਮਹਾਰਾਜ ਇਹ ਵਿਕਾਰੀ ਲੋਕ ਤਾਂ ਬੜੇ ਸਗੋਂ ਮਾਇਆ ਪਦਾਰਥਾਂ ਕਰਕੇ ਬੜਾ ਮਹਾਰਾਜ ਸਦੋਂ ਇਹ ਮਾਇਆ ਕਰਕੇ ਪਦਾਰਥਾਂ ਕਰਕੇ ਫਲਦੇ ਵੀ ਹੈ, ਤੇ ਪੁੰਨਾ ਕਰਕੇ ਮਹਾਰਾਜ ਫੁੱਲਦੇ ਵੀ ਹੈ, ਬੜੇ ਪੁੰਨ ਦਾਨ ਆਦਿਕ ਕਰਦੇ ਆ। ਇਹ ਤਨ ਵਿੱਚ ਸੁਆਹ ਮਹਾਰਾਜ ਕਹਿੰਦੇ ਪਰ ਫਲਦੇ ਫੁੱਲਦੇ ਤਾਂ ਹੈ ਮਾਇਕੀ ਪਦਾਰਥਾਂ ਕਰਕੇ, ਪਰ ਅੰਦਰ ਇਹਨਾਂ ਦੇ ਨਾ ਮਹਾਰਾਜ ਕਹਿੰਦੇ ਭਾਈ ਵਿਸ਼ਿਆਂ ਵਿਕਾਰਾਂ ਦੀ ਸਵਾਹ ਹੀ ਭਰੀ ਹੁੰਦੀ ਹੈ। ਉਹਨਾਂ ਦੇ ਸਰੀਰ ਰੂਪੀ ਫਲੀ ਦੇ ਅੰਦਰ ਨਾਮ ਰੂਪੀ ਤਿਲ ਦਾਣਾ ਨਹੀਂ ਹੁੰਦਾ, ਸਰੀਰ ਦੇ ਅੰਦਰ ਮਹਾਰਾਜ ਕਹਿੰਦੇ ਸਵਾਹ ਭਰੀ ਹੁੰਦੀ ਹੈ। ਪਿਛਲੇ ਪੁੰਨਾ ਕਰਕੇ ਫਲਦੇ ਫੁੱਲਦੇ ਆ, ਧੀਆਂ ਪੁੱਤਰਾਂ ਕਰਕੇ, ਕਿਉਂਕਿ ਮਹਾਰਾਜ ਉਹਨਾਂ ਨੂੰ ਵੀ ਪੁੱਤਰ ਮਿਲ ਜਾਂਦਾ, ਮਾਇਆ ਮਿਲ ਜਾਂਦੀ ਹੈ। ਸਤਿਗੁਰੂ ਜੀ ਕਹਿੰਦੇ ਭਾਈ ਜੇ ਧੀਆਂ ਪੁੱਤਰਾਂ ਕਰਕੇ ਫਲਦੇ ਆ, ਪੁੰਨਾ ਕਰਕੇ ਫੁੱਲਦੇ ਆ, ਪਰ ਭੀ ਤਨ ਵਿੱਚ ਸਵਾਹ। ਉਹਨਾਂ ਦਾ ਤਨ ਤਾਂ ਮਹਾਰਾਜ ਕਹਿੰਦੇ ਵਿਸ਼ਿਆਂ ਵਿਕਾਰਾਂ ਦੀ ਸਵਾਹ 'ਚ ਹੀ ਰਹਿੰਦਾ ਨਾ। ਜੇ ਇਹੋ ਜੇ ਸੰਸਾਰੀ ਇਹੋ ਜਿਹੇ ਜਿਹੜੇ ਆਪਣੇ ਮਨ 'ਚ ਬੜੇ ਸਾਵਧਾਨ ਹੈ, ਉਹ ਕਿਤੇ ਚਲੇ ਵੀ ਜਾਣ ਨਾ ਸੰਗਤ ਦੇ ਵਿੱਚ, ਤੇ ਉਹਨਾਂ ਦਾ ਮਨ ਉੱਥੇ ਉਠੂ ਉਠੂ ਕਰਦਾ ਰਹਿੰਦਾ ਹੈ, ਉਚਾਟ ਹੋਇਆ ਰਹਿੰਦਾ ਵੀ ਕਿੱਥੇ ਕਾਬੂ ਆ ਗਏ, ਕਿਉਂਕਿ ਭਜਨ ਵਿੱਚ ਉਹਨਾਂ ਦੀ ਸੁਰਤ ਨਹੀਂ ਜੁੜਦੀ। ਇਸੇ ਪ੍ਰਕਾਰ ਫਲੀਏ ਫਲੀਆ ਹੈ ਫੁਲੀਆ ਹੈ ਬਪੜੇ। ਮਹਾਰਾਜ ਕਹਿੰਦੇ ਭਾਈ ਗਿਆਨ ਕਰਕੇ ਉਹ ਫਲਦੇ ਵੀ ਆ, ਤੇ ਧਰਮ ਦੇ ਬਾਹਰੋਂ ਕਰਮ ਕਰਨ ਰੂਪੀ ਫੁੱਲਦੇ ਵੀ ਆ ਬਹੁਤ ਜ਼ਿਆਦਾ। ਵੇਖੋ ਧਰਮ ਦੇ ਕਰਮ ਕਰਦੇ ਆ ਦਿਖਾਵੇ ਲਈ,
ਤੇ ਬੜੇ ਜ਼ਿਆਦੇ ਜਕਾਰੇ ਛੱਡੇ ਜਾਂਦੇ ਆ ਜੀ ਵੀ ਬੱਲੇ ਬੱਲੇ ਕਮਾਲ ਕਰਤੀ, ਇਹੋ ਜਿਹੇ ਧਰਮ ਦੇ ਕਰਮ ਕਰਦੇ ਆ। ਤੇ ਗਿਆਨ ਕਰਕੇ ਮਹਾਰਾਜ ਕਹਿੰਦੇ ਭਾਈ ਕਿਤਾਬੀ ਗਿਆਨ ਪੜ੍ਹ ਲੈਂਦੇ ਆ ਤੇ ਬੜਾ ਜ਼ਿਆਦਾ ਕਥਨ ਕਰਨਾ ਵੀ ਜਾਣਦੇ ਆ, ਬਹੁਤ ਜ਼ਿਆਦਾ ਫਲਦੇ ਆ ਤੇ ਫੁੱਲਦੇ ਆ। ਮਹਾਰਾਜ ਕਹਿੰਦੇ ਇਸ ਪ੍ਰਕਾਰ ਜਿਹੜਾ ਬਾਹਰੀ ਗਿਆਨ ਕਰਕੇ ਫੁੱਲਦੇ ਆ ਤੇ ਧਰਮ ਦੇ ਬਾਹਰੋਂ ਕਰਨੇ ਕਰਕੇ ਉਹਨਾਂ ਨੂੰ ਜਿਹੜਾ ਹੈ ਉਹ ਫਲ ਲੱਗਾ ਹੋਇਆ ਦਿਸਦਾ ਹੈ। ਭੀ ਤਨ ਵਿੱਚ ਸਵਾਹ, ਪਰ ਅੰਦਰ ਵਿਸ਼ਿਆਂ ਵਕਾਰਾਂ ਦੀ ਸਵਾਹ ਹੀ ਹੁੰਦੀ ਹੈ। ਬਾਹਰੋਂ ਧਰਮ ਦੇ ਕਰਮ ਕਰਦੇ, ਬੜੇ ਲੰਗਰ ਲਾਤੇ ਜੀ, ਬਹੁਤ ਜ਼ਿਆਦਾ ਭਲਾ ਕਰਮ ਕਰਤਾ। ਜਿਹੜੀਆਂ ਬੀਬੀਆਂ ਪ੍ਰਸ਼ਾਦਾ ਛਕਣ ਆਉਣ ਤੇ ਉਹਨਾਂ ਦੇ ਰੂਪ ਹੀ ਵੇਖੀ ਜਾਵੇ। ਪੰਗਤ ਵਿੱਚ ਗੁਰੂ ਨਾਨਕ ਸਾਹਿਬ ਦੀ ਸੰਗਤ ਰੂਪ ਵਿੱਚ ਬੈਠੇ ਹੋਏ ਆ ਤੇ ਆਪ ਵਕਾਰੀ ਮਨ ਜਿਹੜਾ ਰੂਪ ਵੇਖ ਰਿਹਾ ਹੋਵੇ, ਦੱਸੋ ਉਹਦੀ ਕਲਿਆਣ ਕਿਵੇਂ ਹੋਊਗੀ। ਬਾਹਰੋਂ ਤਾਂ ਦੁਨੀਆ ਨੂੰ ਧਰਮ ਦੇ ਕਰਮ ਕਰਦੇ ਹੋਏ ਦਿਸ ਰਹੇ ਆ ਕਿ ਬੜਾ ਫਲ ਫੁੱਲ ਰਿਹਾ ਹੈ, ਗੁਰੂ ਨਾਨਕ ਸਾਹਿਬ ਨੂੰ ਨਹੀਂ ਠੱਗਿਆ ਜਾ ਸਕਦਾ। ਦਸਵੇਂ ਪਾਤਸ਼ਾਹ ਨੂੰ ਇਹਨਾਂ ਬਾਹਰਲੇ ਕਰਮਾਂ ਨਾਲ ਵਿਖਾਵਾ ਕਰਕੇ ਨਹੀਂ ਰਿਝਾਇਆ ਜਾ ਸਕਦਾ। ਸਤਿਗੁਰੂ ਜੀ ਕਹਿੰਦੇ ਲੋਕਾਂ ਨੂੰ ਉਹ ਫਲਦੇ ਫੁੱਲਦੇ ਦਿਸਦੇ ਐ, ਬਾਹਰੋਂ ਬੜੇ ਗਿਆਨਵਾਨ ਦਿਸਦੇ ਐ, ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ, ਅੰਦਰ ਵਕਾਰਾਂ ਦੀ ਬਹੁਤ ਘੁੱਪ ਹਨੇਰੀ ਰਾਤ ਹੀ ਪਈ ਹੈ ਜਿਨ੍ਹਾਂ ਨੇ ਗੁਰੂ ਧਾਰਨ ਨਹੀਂ ਕੀਤਾ ਹੈ। ਪੌੜੀ ਦੁਆਰਾ ਹਜੂਰ ਫਰਮਾਉਂਦੇ ਹਨ, ਪੌੜੀਆਂ ਤੇ ਸਾਧ ਸੰਗਤ ਜੀ ਆਸਾ ਦੀ ਵਾਰ ਦੇ ਜਿਹੜੇ ਸ਼ਬਦ ਹਨ, ਜਿਹਦਾ ਵਾਰ ਦਾ ਨਿਯਮ ਹੁੰਦਾ ਹੈ, ਜਿਵੇਂ ਗੁਰੂ ਮਹਾਰਾਜ ਦਾ ਸ਼੍ਰੀ ਮੁਖਵਾਕ ਆਉਂਦਾ ਹੈ, ਇਹ ਮਰਜ਼ਾਦਾ ਜਿਨ੍ਹਾਂ ਨੂੰ ਫਿਰ ਨਹੀਂ ਪਤਾ ਹੁੰਦਾ ਉਹ ਕਈ ਵਾਰੀ ਸ਼ਲੋਕ ਪੜ੍ਹ ਕੇ ਹੀ ਸਮਾਪਤੀ ਕਰ ਦਿੰਦੇ। ਜਦੋਂ ਵਾਰ ਦਾ ਨਿਯਮ ਹੁੰਦਾ ਹੈ, ਸ਼ਲੋਕ ਆਉਂਦਾ ਹੈ, ਫਿਰ ਸਾਧ ਸੰਗਤ ਜੀ ਮਹੱਲਾ ਆਉਂਦਾ ਹੈ, ਮਹੱਲਾ ਇੱਕ ਤੋਂ ਵਧੇਕ ਵੀ ਵਾਰ ਵਿੱਚ ਆ ਜਾਂਦਾ ਹੈ ਤੇ ਫਿਰ ਪੌੜੀ ਪੜ੍ਹ ਕੇ ਨਾ ਇਹ ਸ਼ਬਦ ਸੰਪੂਰਨ ਹੁੰਦਾ ਹੈ। ਇਹ ਵਾਰ ਦਾ ਨਿਯਮ ਹੈ। ਸਤਿਗੁਰੂ ਜੀ ਫਰਮਾਉਂਦੇ ਨੇ ਪੌੜੀ ਦੁਆਰਾ, ਆਪੀ ਨਾ ਆਪ ਸਾਜਿਓ। ਸ਼ੇਖ ਬ੍ਰਹਮ ਨੇ ਪੁੱਛਿਆ ਮਹਾਰਾਜ ਇਹ ਸ੍ਰਿਸ਼ਟੀ ਕਿਨ ਸਾਜੀ ਹੈ? ਤੇ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਆਪੀ ਨੇ ਆਪ ਸਾਜਿਓ। हे ਸ਼ੇਖ ਬ੍ਰਹਮ ਜੀ, ਮੇਰੇ ਵਾਹਿਗੁਰੂ ਨੇ ਆਪਣੇ ਆਪ ਤੋਂ ਸਾਜੀ ਹੈ ਸ੍ਰਿਸ਼ਟੀ। ਘੁਮਿਆਰ ਨੇ ਇਹ ਨਹੀਂ ਕਿ ਘੜਾ ਬਣਾਇਆ ਤੇ ਆਪਣੇ ਆਪ ਤੋਂ ਥੋੜਾ ਬਣਾ ਸਕਿਆ, ਮਿੱਟੀ ਲੈਣੀ ਪਈ ਆ, ਉਹਨੂੰ ਚੱਕ ਬਣਾਉਣਾ ਪਿਆ ਹੈ, ਪਾਣੀ ਦੀ ਲੋੜ ਪਈ ਹੈ। ਪਰ ਮੇਰੇ ਵਾਹਿਗੁਰੂ ਨੂੰ ਇਹ ਨਹੀਂ ਕਿ ਕਿਤੋਂ ਬਾਹਰੋਂ ਲਿਆਉਣਾ ਪਿਆ ਹੈ ਕੁਛ, ਉਹਨੇ ਆਪਣੇ ਆਪ ਤੋਂ ਹੀ ਮਾਇਆ ਪ੍ਰਗਟ ਕਰਤੀ। ਮਾਇਆ ਤੋਂ 3 ਗੁਣ ਪ੍ਰਗਟ ਕਰ ਦਿੱਤੇ। ਤਿੰਨਾਂ ਗੁਣਾਂ ਦੇ ਨਾਲ ਮਹਾਰਾਜ ਕਹਿੰਦੇ ਪਰਮੇਸ਼ਰ ਨੇ ਮਾਇਆ ਰਚ ਤੇ ਸਾਰੀ ਸ੍ਰਿਸ਼ਟੀ ਰਚ ਦਿੱਤੀ। ਅਗਲੀ ਪੰਕਤੀ 'ਚ ਮਹਾਰਾਜ ਕਹਿਣਗੇ, ਮਹਾਰਾਜ ਕਹਿੰਦੇ ਆਪੀ ਨੇ ਆਪ ਸਾਜਿਓ। ਵਾਹਿਗੁਰੂ ਨੇ ਆਪਣੇ ਆਪ ਤੋਂ ਇਸ ਸ੍ਰਿਸ਼ਟੀ ਨੂੰ ਸਾਜਣਾ ਕੀਤਾ ਤੇ ਆਪਣੇ ਆਪ ਦੇ ਵਿੱਚ ਸਾਜਣਾ ਕੀਤਾ। ਇਹ ਸ੍ਰਿਸ਼ਟੀ ਵਾਹਿਗੁਰੂ ਤੋਂ ਬਾਹਰ ਨਹੀਂ ਹੈ, ਪਰਮੇਸ਼ਰ ਦੇ ਅੰਦਰ ਇਹ ਅਧਿਆਸਤ ਰੂਪ ਹੈ, ਉਹਦੇ ਅੰਦਰ ਹੀ ਸਮਾਈ ਹੋਈ ਹੈ। ਹਜੂਰ ਕਹਿੰਦੇ ਆ ਆਪੀ ਨਾ ਆਪ ਸਾਜਿਓ। ਆਪਣੇ ਆਪ ਤੋਂ ਆਪ ਵਾਹਿਗੁਰੂ ਨੇ ਸ੍ਰਿਸ਼ਟੀ ਨੂੰ ਸਾਜਿਆ। ਇਸੇ ਕਰਕੇ ਮਨੁੱਖ ਨੂੰ ਕਹਿੰਦੇ ਆ ਨਾ ਕਬੀਰ ਸਾਹਿਬ ਕੇ ਕਹੋ ਕਬੀਰ ਇਹੋ ਰਾਮ ਕੀ ਅੰਸ਼। ਤੈਨੂੰ ਵਾਹਿਗੁਰੂ ਨੇ ਬਾਹਰੋਂ ਨਹੀਂ ਕਿਸੇ ਚੀਜ਼ ਨਾਲ ਸਾਜਿਆ, ਆਪਣੇ ਆਪ ਤੋਂ ਸਾਜਿਆ। ਤੂੰ ਪਰਮੇਸ਼ਰ ਦਾ ਪ੍ਰਤੱਖ ਰੂਪ ਹੈ। ਆਪਣੇ ਆਪ ਨੂੰ ਪਹਿਚਾਨ ਤੂੰ ਕੌਣ ਹੈ। ਤੂੰ ਦੇਹ ਨਹੀਂ ਹੈ, ਤੂੰ ਸੂਖਸ਼ਮ ਸਰੀਰ ਵੀ ਨਹੀਂ ਹੈ, ਤੂੰ ਕਾਰਨ ਸਰੀਰ ਵੀ ਨਹੀਂ ਹੈ, ਤੂੰ ਬ੍ਰਹਮ ਦਾ ਸੁੱਧ ਰੂਪ ਹੈ। ਆਪਣੇ ਆਪ ਨੂੰ ਪਹਿਚਾਨਣਾ ਕਰ, ਕਿਉਂਕਿ ਵਾਹਿਗੁਰੂ ਨੇ ਇਹ ਸਾਰੀ ਕਾਇਨਾਤ ਨੂੰ ਆਪਣੇ ਆਪ ਤੋਂ ਸਿਰਜਣਾ ਕੀਤਾ ਹੈ। ਆਪੀ ਨਾ ਰਚਿਓ ਨਾਉ। ਤੇ ਆਪ ਹੀ ਸਾਰਿਆਂ ਦੇ ਨਾਮਾਂ ਦੀ ਰਚਨਾ ਕੀਤੀ ਹੈ। ਜਿੰਨੇ ਵੀ ਸਾਧ ਸੰਗਤ ਜੀ ਇਹ ਨਾਮ ਧਰੇ ਹੋਏ ਆ ਨਾ, ਇਹ ਸਾਰੀ ਰਚਨਾ ਵਾਹਿਗੁਰੂ ਨੇ ਹੀ ਨਾਵਾਂ ਦੀ ਕੀਤੀ ਹੈ। ਕਿੰਨੇ ਨਾਵਾਂ ਤੋਂ ਬੁਲਾਇਆ ਜਾਂਦਾ ਹੈ। ਮਹਾਰਾਜ ਕਹਿੰਦੇ ਭਾਈ ਸਭ ਜੀਆਂ ਦੇ ਨਾਮ ਵੇਖ ਲਓ ਕਿੰਨੇ ਭਿੰਨ ਭਿੰਨ ਹੈ। ਇਹ ਸਾਰੀ ਰਚਨਾ ਵਾਹਿਗੁਰੂ ਜੀ ਨੇ ਆਪ ਹੀ ਕੀਤੀ, ਆਪ ਹੀ ਸਭ ਨੂੰ ਨਾਮ ਦਿੱਤੇ ਹਨ। ਦੋਈ ਕੁਦਰਤ ਸਾਜੀਆ। ਫਿਰ ਸ਼ੇਖ ਬ੍ਰਹਮ ਨੇ ਕਿਹਾ ਮਹਾਰਾਜ ਸ਼ੁੱਧ ਬ੍ਰਹਮ ਦੇ ਅੰਦਰ ਤਾਂ ਸ੍ਰਿਸ਼ਟੀ ਹੈ ਨਹੀਂ, ਤੁਸੀਂ ਸ੍ਰਿਸ਼ਟੀ ਜਿਹੜੀ ਆ ਉਹ ਕਥਨ ਕਰ ਦਿੱਤੀ ਹੈ, ਇਹ ਕਿਵੇਂ ਹੈ? ਤਾਂ ਮਹਾਰਾਜ ਕਹਿੰਦੇ ਸੁਣੋ ਸ਼ੇਖ ਬ੍ਰਹਮ ਜੀ ਉਹ ਕਿਵੇਂ ਕਥਨ ਕੀਤੀ ਹਜੂਰ ਦੱਸਦੇ ਆ। ਦੋਈ ਕੁਦਰਤ ਸਾਜੀਆ। ਮਹਾਰਾਜ ਕਹਿੰਦੇ ਜਿਹੜੀ ਦੂਜੀ ਆ ਨਾ ਸ਼ਕਤੀ ਮਾਇਆ, ਇਹ ਵਾਹਿਗੁਰੂ ਨੇ ਆਪਣੀ ਕੁਦਰਤ ਸ਼ਕਤੀ ਦੁਆਰਾ ਸਾਜਣਾ ਕੀਤੀ ਹੈ। ਇਹ ਵੇਖਣ ਨੂੰ ਪ੍ਰਤੀਤ ਹੁੰਦੀ ਹੈ ਪਰ ਹੈ ਮੇਰੇ ਵਾਹਿਗੁਰੂ ਦਾ ਹੀ ਰੂਪ। ਅਗਲੇ ਸ਼ਲੋਕ ਵਿੱਚ ਮਹਾਰਾਜ ਕਹਿਣਗੇ ਸਾਰੇ ਆਕਾਰਾਂ ਬਾਰੇ, ਸੱਚੇ ਪਾਤਸ਼ਾਹ ਖੰਡਾਂ ਬ੍ਰਹਮੰਡਾਂ ਬਾਰੇ ਕਹਿਣਗੇ ਗਰੀਬ ਨਵਾਜ। ਸਤਿਗੁਰੂ ਜੀ ਕਹਿੰਦੇ ਆ ਜੋ ਕੁਝ ਦਿਸਦਾ ਨਾ, हे ਸ਼ੇਖ ਬ੍ਰਹਮ ਜੀ,
ਵਾਹਿਗੁਰੂ ਨੇ ਬਣਾਇਆ ਤਾਂ ਹੈ, ਮਾਇਆ ਤੋਂ ਉਤਪੰਨ ਤਾਂ ਕੀਤਾ ਏ, ਪਰ ਕੇਵਲ ਦਿਸਣ ਮਾਤਰ ਹੈ ਵਾਹਿਗੁਰੂ ਦਾ ਹੀ ਰੂਪ। ਦੂਈ ਕੁਦਰਤ ਸਾਜੀ ਹੈ, ਦੂਜੀ ਮਾਇਆ ਬਣਾ ਕਰਕੇ ਕੁਦਰਤ ਆਪਣੀ ਸ਼ਕਤੀ ਦੁਆਰਾ ਵਾਹਿਗੁਰੂ ਨੇ ਸਾਰੀ ਸਿਰਜਣਾ ਕੀਤੀ ਹੈ। ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਇਹ ਵਾਹਿਗੁਰੂ ਜੀ ਨੇ ਇੱਕ ਓੰਕਾਰ ਸ਼ਬਦ ਕਹਿ ਕੇ ਹੀ ਸਾਰੀ ਕਾਇਨਾਤ ਦੀ ਸਿਰਜਣਾ ਕਰ ਦਿੱਤੀ ਹੈ। ਮਹਾਰਾਜ ਨੂੰ ਭਾਇਆ ਕਿ ਮੈਂ ਇੱਕ ਰੂਪ ਤੋਂ ਬਹੁਤੇ ਰੂਪ ਹੋਵਾਂ, ਤੇ ਉਸਨੇ ਆਪਣੀ ਮਾਇਆ ਰਚਿਤ ਕਰਕੇ ਇਹ ਸ਼ਕਤੀ ਦੁਆਰਾ ਸਿਰਜਣਾ ਕੀਤੀ ਹੈ। ਕਰ ਆਸਣ ਡਿਠੋ ਚਾਓ, ਪਰ ਸਾਰੀ ਇਸ ਕਾਇਨਾਤ ਦੇ ਅੰਦਰ ਆਪ ਆਸਣ ਕਰਕੇ ਬੈਠਾ ਹੋਇਆ ਹੈ। ਉਹਦਾ ਆਸਣ ਇਸ ਸ੍ਰਿਸ਼ਟੀ ਦੇ ਅੰਦਰ ਹੀ ਹੈ। ਤੇ ਸਤਿਗੁਰੂ ਜੀ ਕਹਿੰਦੇ ਭਾਈਓ, ਬੜੇ ਚਾਅ ਨਾਲ ਉਤਸ਼ਾਹ ਨਾਲ ਸਭ ਦੇ ਤਾਈਂ ਡਿਠੋ ਵੇਖ ਰਿਹਾ ਹੈ। ਕਰ ਆਸਣ ਡਿਠੋ ਚਾਓ, ਬੜੇ ਚਾਅ ਨਾਲ ਉਤਸ਼ਾਹ ਦੇ ਨਾਲ ਸਭ ਦੇ ਕਰਮਾਂ ਦੇ ਤਾਈਂ ਵੇਖ ਰਿਹਾ ਹੈ। ਤੇ ਜਿੰਨੇ ਵੀ ਜੀ ਹੈ ਨਾ, ਉਹਨਾਂ ਦੇ ਅੰਦਰ ਚਾਅ ਉਮਾ ਬਖਸ਼ਣ ਵਾਲੀ ਉਹਦੀ ਹੀ ਸੱਤਾ ਹੈ। ਜੀਆਂ ਨੂੰ ਜਿਹੜਾ ਉਤਸ਼ਾਹ ਜਾਗਦਾ ਹੈ ਨਾ, ਮਹਾਰਾਜ ਕਹਿੰਦੇ ਭਾਈ ਮੇਰੇ ਵਾਹਿਗੁਰੂ ਦੀ ਸੱਤਾ ਹੈ ਕਿ ਜੀਆਂ ਦੇ ਅੰਦਰ ਉਤਸ਼ਾਹ ਜਾਗਦਾ ਹੈ। ਉਹ ਚਾਹ ਦੇ ਰਿਹਾ ਪ੍ਰਾਣੀਆਂ ਦੇ ਤਾਈਂ। ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਭਾਈ ਬੜੇ ਉਤਸ਼ਾਹ ਦੇ ਸਹਿਤ ਇਹ ਸਾਰੀ ਕਾਇਨਾਤ ਦੇ ਅੰਦਰ ਜੀਆਂ ਦੇ ਅੰਦਰ ਆਸਣ ਕਰਕੇ ਮੇਰਾ ਵਾਹਿਗੁਰੂ ਬੈਠਾ ਹੋਇਆ ਹੈ ਤੇ ਸਭ ਦੇ ਤਾਈਂ ਵੇਖ ਰਿਹਾ ਹੈ। ਦਾਤਾ ਕਰਤਾ ਆਪ ਤੂੰ, ਹੇ ਮੇਰੇ ਵਾਹਿਗੁਰੂ, ਤੂੰ ਦਾਤਾਂ ਦੇ ਦੇਣ ਵਾਲਾ ਆਪ ਹੈ ਤੇ ਜੀਆਂ ਦੇ ਕਰਨ ਵਾਲਾ ਕਰਤਾ ਵੀ ਤੂੰ ਆਪ ਹੈ। ਇਹ ਸਾਰੀ ਕਾਇਨਾਤ ਦਾ ਕਰਨ ਵਾਲਾ ਹੈ ਤੇ ਜੀਆਂ ਦੇ ਤਾਈਂ ਰੋਜੀ ਦੀ ਦਾਤ ਦੇਣ ਵਾਲਾ ਦਾਤਾ ਹੈ। ਤੁਸ ਦੇਵਾਹੇ ਕਰਹਿ ਪਸਾਓ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਹਦੇ ਉੱਤੇ ਵਾਹਿਗੁਰੂ ਤੁਸੀਂ ਤਰੁੱਠਦੇ ਹੋ ਨਾ, ਤੇ ਉਹਨੂੰ ਪਸਾਓ ਨਾਮ ਹੈ ਦਾਤ ਦਾ। ਉਹਨੂੰ ਫਿਰ ਆਪਣੇ ਨਾਮ ਦੀ ਦਾਤ ਦੇ ਕੇ ਨਿਹਾਲ ਕਰ ਦਿੰਦੇ, ਉਹਨੂੰ ਆਪਣਾ ਵਾਸਤਵ ਰੂਪ ਦਿਖਾ ਦਿੰਦੇ ਹੋ ਵੀ ਤੂੰ ਜੀਵ ਨਹੀਂ ਹੈ, ਤੂੰ ਬੂੰਦ ਨਹੀਂ ਹੈ, ਤੂੰ ਤਾਂ ਸਮੁੰਦਰ ਹੈ। ਬੂੰਦ ਵਿੱਚ ਕੀ ਹੁੰਦਾ? ਪਾਣੀ। ਬੂੰਦ ਦੀ ਹੋਂਦ ਕੀ ਹੈ? ਪਾਣੀ। ਤੇ ਸਮੁੰਦਰ ਦਾ ਸਰੋਤ ਕੀ ਹੈ? ਪਾਣੀ। ਬ੍ਰਹਮ ਕੀ ਹੈ? ਸਤ ਚਿੱਤ ਆਨੰਦ ਸਰੂਪ ਹੈ। ਤੇ ਜੀਵ ਦੇ ਅੰਦਰ ਵੀ ਇਹ ਸਤ ਚਿੱਤ ਆਨੰਦ ਸਰੂਪ ਦੇ ਸਾਧ ਸੰਗਤ ਜੀ ਅੰਸ਼ ਵੈ। ਇਸੇ ਕਰਕੇ ਜੀਵ ਫਿਰ ਬ੍ਰਹਮ ਰੂਪ ਹੋ ਜਾਂਦਾ ਹੈ। ਜਦੋਂ ਸੰਸਾਰ ਵੱਲ ਦੇਖਦੇ ਆ ਤੇ ਸੰਸਾਰ ਅਸਤ ਜੜ ਤੇ ਦੁੱਖ ਰੂਪ ਹੈ। ਇਹ ਮਾਇਆ ਦੇ ਗੁਣ ਹੈ ਨਾ, ਦੂਜੀ ਜੋ ਪੈਦਾ ਕੀਤੀ ਹੋਈ ਮਾਇਆ ਵਿੱਚ ਕੀ ਹੈ? ਅਸਤ ਹੈ, ਜੜ ਹੈ ਤੇ ਦੁੱਖ ਰੂਪ ਹੈ। ਪਰਮੇਸ਼ਰ ਕੀ ਹੈ? ਸਤ ਹੈ, ਚਿੱਤ ਹੈ ਤੇ ਆਨੰਦ ਹੈ। ਇਸ ਤਰ੍ਹਾਂ ਸਤਿਗੁਰੂ ਜੀ ਫਰਮਾਉਂਦੇ ਆ, ਦਾਤਾ ਕਰਤਾ ਆਪ ਤੂੰ, ਦਾਤਾਂ ਦੇ ਦੇਣ ਵਾਲਾ ਤੇ ਸ੍ਰਿਸ਼ਟੀ ਦੇ ਕਰਨ ਵਾਲਾ ਹੈ ਅਕਾਲ ਪੁਰਖ ਵਾਹਿਗੁਰੂ ਤੂੰ ਆਪ ਹੈ। ਤੁਸ ਦੇਵਾਹੇ ਕਰਹਿ ਪਸਾਓ, ਜਿਹਦੇ ਉੱਤੇ ਮਹਾਰਾਜ ਤੁਸੀਂ ਤੁਸਦੇ ਹੋ, ਤਰੁੱਠਦੇ ਹੋ, ਉਹਨੂੰ ਮਹਾਰਾਜ ਪਸਾਓ, ਦਾਤ ਦਿੰਦੇ ਹੋ ਆਪਣੇ ਨਾਮ ਦੀ। ਤੂੰ ਜਾਣੋਈ ਸਭ ਸਾਰ, ਹੇ ਵਾਹਿਗੁਰੂ ਤੂੰ ਸਭ ਦੇ ਤਾਈਂ ਜਾਣਦਾ ਹੈ। ਪਤੀ ਤਾਂ ਆਪਣੇ ਪਤਨੀ ਦੀ ਦਿਲ ਦੀ ਗੱਲ ਨਹੀਂ ਜਾਣਦਾ, ਪੁੱਤਰ ਨੂੰ ਨਹੀਂ ਪਤਾ ਮੇਰਾ ਪਿਤਾ ਕੀ ਮੇਰੇ ਬਾਰੇ ਸੋਚਦਾ ਹੈ, ਪਿਤਾ ਨੂੰ ਪੁੱਤਰ ਬਾਰੇ ਨਹੀਂ ਅੰਦਰ ਪਤਾ, ਪਰ ਤੂੰ ਜਾਣੋਈ ਸਭ ਸੈ। ਤੈਨੂੰ ਤਾਂ ਸਾਰਿਆਂ ਦਾ ਪਤਾ, ਭਾਵੇਂ ਕੋਈ ਮੂੰਹ ਤੋਂ ਨਾ ਆਖੇ, ਜੇ ਉਹਦੀਆਂ ਅੱਖਾਂ 'ਚ ਹੰਝੂ ਆ ਗਿਆ ਨਾ, ਉਹਦੇ ਦਿਲ ਦੇ ਭਾਵ ਦਾ ਵਾਹਿਗੁਰੂ ਤੈਨੂੰ ਪਤਾ ਹੈ, ਕਿਉਂਕਿ ਤੂੰ ਅੰਦਰ ਬੈਠਾ ਹੋਇਆ ਸਭ ਦੇ ਦਿਲਾਂ ਦੀ ਜਾਣਦਾ ਹੈ। ਦੇ ਲਾਇਸਾ ਹੈ ਜਿੰਦ ਕਵਾਓ, ਇੱਕ ਕਵਾਓ ਬਚਨ ਹੀ ਕਹਿ ਕਰਕੇ ਜੀਆਂ ਨੂੰ ਜਿੰਦ ਦੇ ਵੀ ਦਿੰਨਾ ਹੈ ਤੇ ਲੈਸੇ ਲੈ ਵੀ ਲੈਣਾ ਹੈ। ਹੁਕਮ ਹੀ ਆਉਂਦਾ ਹੈ ਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਜਦੋਂ ਉਸ ਡਾਢੇ ਦਾ ਹੁਕਮ ਆਉਂਦਾ ਹੈ ਤੇ ਫਿਰ ਜਿਹਾ ਚਿਰੀ ਲਿਖਿਆ ਤਿਹਾ ਹੁਕਮ ਕਮਾਏ। ਮਹਾਰਾਜ ਦਾ ਉਨਾ ਹੀ ਜਿੰਨਾ ਚਿਰ ਹੁਕਮ ਹੁੰਦਾ ਉਹਨਾਂ ਚਿਰ ਜੀਵ ਸੰਸਾਰ ਵਿੱਚ ਸਾਧ ਸੰਗਤ ਜੀ ਰਹਿੰਦਾ ਹੈ। ਜਦੋਂ ਹੁਕਮ ਹੁੰਦਾ ਹੈ ਉਦੋਂ ਜੀਵ ਨੂੰ ਸੰਸਾਰ ਤੋਂ ਚੱਲਣਾ ਪੈਂਦਾ। ਜਦੋਂ ਕੋਈ ਅਫਸੋਸ ਕਰਨ ਜਾਂਦੇ ਤਾਂ ਗੁਰਮੁਖ ਫਿਰ ਇਹੀ ਕਹਿੰਦੇ ਨੇ ਭਈ ਹੁਕਮ ਹੈ ਪਰਮੇਸ਼ਰ ਦਾ। ਤੇ ਜਿਹੜੇ ਕੋਈ ਭੁੱਲੇ ਹੁੰਦੇ ਆ ਉਹ ਰੋਂਦੇ ਪਿੱਟਦੇ ਕਹਿੰਦੇ ਆਹ ਬੜਾ ਬੁਰਾ ਹੋਇਆ, ਪਰ ਗੁਰਮੁਖ ਕਹਿੰਦੇ ਆ ਭਈ ਹੁਕਮ ਹੈ ਮੇਰੇ ਵਾਹਿਗੁਰੂ ਦਾ ਡਾਢੇ ਦਾ। ਤੇ ਜਦੋਂ ਕਿਸੇ ਦੇ ਘਰ ਜਿੰਦ ਦਿੰਦਾ ਹੈ ਉਦੋਂ ਵੀ ਗੁਰਮੁਖ ਕਹਿੰਦੇ ਆ ਭਾਣਾ ਪਰਮੇਸ਼ਰ ਦਾ ਭਾਇਆ ਹੈ, ਵਾਹਿਗੁਰੂ ਦਾ ਹੁਕਮ ਹੋਇਆ ਹੈ ਤੇ ਤਾਂ ਭਈ ਜਿੰਦ ਮਿਲੀ ਹੈ। ਜੇ ਚਾਹੇ ਨਾ ਤੇ ਆਪਣੇ ਹੁਕਮ ਨਾਲ ਹੀ ਮੁਰਦੇ 'ਚ ਵੀ ਜਿੰਦ ਪਾ ਵੀ ਦਿੰਦਾ ਤੇ ਕੱਢ ਵੀ ਲੈਂਦਾ ਹੈ। ਨਾਨਕ ਪਿਓ ਵਾਲੇ ਅਸਥਾਨ ਤੇ ਦਿੱਲੀ ਵਿੱਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਮੁਹਾਵਤ ਤੇ ਤਰਸ ਕੀਤਾ,
ਭਾਈ ਮਰਦਾਨੇ ਨੂੰ ਕਿਹਾ ਜਲ ਛਿੜਕਦੇ ਮਰਿਆ ਹਾਥੀ ਜਿੰਦਾ ਕਰਤਾ। ਕਾਜੀ ਨੇ ਤਰਕ ਕੀਤੀ, ਸਤਿਗੁਰੂ ਜੀ ਕਹਿੰਦੇ ਚੰਗਾ ਭਾਈ ਜੇ ਨਿਰੰਕਾਰ ਨੂੰ ਪਾਇਆ ਤਾਂ ਫਿਰ ਮਰ ਜਾਏਗਾ। ਉਹ ਫਿਰ ਡਿੱਗ ਪਿਆ ਹਾਥੀ। ਜਿਨ੍ਹਾਂ ਦੇ ਇੱਕ ਕਵਾਓ ਕਹਿਣ ਨਾਲ ਹੀ ਜਿੰਦ ਮਿਲ ਵੀ ਜਾਂਦੀ ਹੈ ਤੇ ਜਿੰਦ ਉਹ ਕੱਢ ਵੀ ਲੈਂਦੇ, ਏਡੇ ਸਮਰੱਥ ਹਨ। ਮਹਾਰਾਜ ਕਹਿੰਦੇ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਹੈ ਜੋ ਇੱਕ ਕਵਾਓ ਬਚਨ ਕਹਿ ਕੇ ਜਿੰਦ ਦੇ ਵੀ ਦਿੰਦਾ ਤੇ ਜਿੰਦ ਕੱਢ ਵੀ ਲੈਂਦਾ, ਲੈ ਵੀ ਲੈਂਦਾ ਏ। ਕਰ ਆਸਣ ਡਿਠੋ ਚਾਓ, ਉਹ ਕਰਕੇ ਸਾਰੇ ਜੀਆਂ ਦੇ ਅੰਦਰ ਆਸਣ ਬਰਾਜਿਆ ਹੋਇਆ ਸਭ ਦੇ ਅੰਦਰ, ਤੇ ਮਹਾਰਾਜ ਕਹਿੰਦੇ ਡਿਠੋ ਵੇਖ ਰਿਹਾ ਹੈ ਸਭ ਦੀ ਕਰਨੀ ਦੇ ਤਾਈ। ਇੱਥੇ ਇਹ ਪੌੜੀ ਸਮਾਪਤ ਹੋਈ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ। ਆਸਾ ਦੀ ਵਾਰ ਦਾ ਇਹ ਪਹਿਲਾ ਸਾਧ ਸੰਗਤ ਜੀ ਸ਼ਬਦ ਜਿਹੜਾ ਹੈ ਸਮੇਤ ਸ਼ਲੋਕਾਂ ਦੇ ਪੌੜੀ ਜਿਹੜੀ ਆ ਸੰਪੂਰਨ ਹੋਈ ਹੈ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਤਰਸ ਕਰਨ। ਸਤਿਗੁਰੂ ਜੀ ਦਾ ਅੰਮ੍ਰਿਤ ਉਪਦੇਸ਼ ਹਿਰਦੇ 'ਚ ਵਸੇ। ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਬਖਸ਼ਣੀ ਜੀ। ਤੂੰ ਜਾਣੋਈ ਸਭ ਸਾਰ, ਦੇ ਲੈ ਸਹੇ ਜਿੰਦ ਕਵਾਓ। ਕਰ ਆਸਣ ਡਿਠੋ ਚਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।